ਦੋਸਤੋ ਸਮਾਂ 2:07 ਹਰਜਿੰਦਰ ਗਿੱਲ ਸ਼ੋਅ ਡਾਕਟਰ BR ਅੰਬੇਦਕਰ ਹੋਰਾਂ ਦੇ ਜਨਮ ਦਿਨ ਦੇ ਮੌਕੇ ਦੇ ਉੱਪਰ ਅਸੀਂ ਜਿੱਥੇ ਬਹੁਤ ਮੁਬਾਰਕਬਾਦ ਸ਼ੁਭਕਾਮਨਾਵਾਂ ਦਿੰਦੇ ਹਾਂ ਤੇ ਉੱਥੇ ਉਹਨਾਂ ਦੇ ਜੀਵਨ ਦੇ ਬਾਰੇ 'ਚ, ਉਹਨਾਂ ਦੇ ਫਲਸਫੇ ਦੇ ਬਾਰੇ 'ਚ ਜਾਂ ਉਹਨਾਂ ਦੀ ਦੇਣ ਦੇ ਬਾਰੇ 'ਚ ਗੱਲ ਕਰਨ ਦੇ ਲਈ ਗੁਰਪ੍ਰੀਤ ਸਿੰਘ ਬਠਿੰਡਾ ਹੋਰੀ ਇਸ ਵੇਲੇ ਮੇਰੇ ਨਾਲ ਨੇ, ਪੰਜਾਬ ਤੋਂ, ਬਠਿੰਡੇ ਤੋਂ ਜੁੜ ਚੁੱਕੇ ਨੇ। ਗੁਰਪ੍ਰੀਤ ਵੀਰੇ, ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ। ਹਾਂਜੀ, ਸਤਿ ਸ਼੍ਰੀ ਅਕਾਲ ਹਰਜਿੰਦਰ ਜੀ, ਬਹੁਤ ਸ਼ੁਕਰੀਆ ਤੁਹਾਡਾ। ਸਤਿ ਸ਼੍ਰੀ ਅਕਾਲ, ਵੈਲਕਮ। ਤੇ ਸਰ, ਅੱਜ ਜਿਸ ਪਰਸਨੈਲਿਟੀ ਦੇ ਬਾਰੇ 'ਚ ਆਪਾਂ ਗੱਲ ਕਰਨ ਲੱਗੇ ਹਾਂ, ਬੇਸ਼ੱਕ ਗੀਤ ਦੇ ਵਿੱਚ ਵੀ ਕਲੀਅਰ ਕੰਠ ਹੋਰਾਂ ਨੇ ਜਾਂ ਹੋਰ ਬਹੁਤ ਵੱਖ ਤਰੀਕਿਆਂ ਦੇ ਨਾਲ ਉਹਨਾਂ ਨੂੰ ਅੱਜ ਯਾਦ ਕੀਤਾ ਜਾ ਰਿਹਾ। ਕਈ ਵਾਰ ਅੱਜ ਅਕਸਰ ਅਸੀਂ ਜਦੋਂ ਕਿਸੇ ਪਰਸਨੈਲਿਟੀ ਬਾਰੇ ਗੱਲ ਕਰਦੇ ਹਾਂ, ਕਈ ਵਾਰੀ ਅਸੀਂ ਕੁਛ ਹੱਦਾਂ ਬੰਨ੍ਹ ਕੇ ਤੇ ਦਾਇਰਾ ਦੇ ਕੇ ਤਾਂ ਸੀਮਤ ਕਰ ਦਿੰਦੇ ਹਾਂ ਕੁਛ ਲੋਕਾਂ ਨੂੰ, ਕੁਛ ਸੰਸਥਾਵਾਂ ਨੂੰ, ਕੁਛ ਫਲਸਫੇ ਜਿਹੜੇ ਹੁੰਦੇ ਨੇ। ਇਸ ਗੱਲ ਨੂੰ ਅੱਜ ਥੋੜ੍ਹਾ ਜਿਹਾ ਮੈਂ ਤੋੜਨਾ ਚਾਹਾਂਗਾ, ਕਿਉਂਕਿ ਕਈ ਵਾਰ ਸਾਨੂੰ ਲੱਗਣ ਲੱਗ ਜਾਂਦਾ ਕਿ ਯਾਰ ਇਹ ਫਲਾਨਾ ਦਿਨ ਜਾਂ ਫਲਾਨੇ ਤਿਉਹਾਰ ਜਾਂ ਫਲਾਨਾ ਵਿਸ਼ਾ ਜਿਹੜਾ ਜੀ ਉਹ ਇੱਕ ਦਾਇਰੇ ਤੱਕ ਹੀ ਰੱਖਣਾ ਚਾਹੀਦਾ। ਪਰ ਜਦੋਂ ਅਸੀਂ ਥੋੜ੍ਹਾ ਜਿਹਾ ਉਹਨੂੰ ਹੋਰ ਵੱਡੇ ਲੈਵਲ ਦੇ ਉੱਪਰ ਉਸ ਕੈਨਵਸ ਨੂੰ, ਤੁਹਾਡੀ ਭਾਸ਼ਾ ਦੇ ਵਿੱਚ ਜੇ ਗੱਲ ਕਰਾਂ ਤਾਂ ਵੱਡੇ ਕੈਨਵਸ ਦੇ ਉੱਪਰ ਦੇਖਣਾ ਹੋਵੇ, ਇੱਕ ਆਰਟਿਸਟ ਦੇ ਰੂਪ ਦੇ ਵਿੱਚ, ਇੱਕ ਪੇਂਟਰ ਦੇ ਰੂਪ ਦੇ ਵਿੱਚ, ਜਿੱਥੇ ਤੁਸੀਂ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਅੱਜ ਯਾਦ ਕੀਤਾ BR ਅੰਬੇਦਕਰ ਹੋਰਾਂ ਨੂੰ। ਅਤੇ ਉਹੀ ਯਾਦ ਜਿਹੜੀ ਹੈ ਦੋਸਤੋ, ਮੈਂ ਦੱਸ ਦਿੰਦਾ ਕਿ ਸਾਡੇ ਹਰਜਿੰਦਰ ਗਿੱਲ ਸ਼ੋਅ ਦੇ ਪੇਜ ਦੇ ਉੱਪਰ ਵੀ ਮੈਂ ਅੱਜ ਸਾਂਝੀ ਕੀਤੀ ਹੈ ਤਸਵੀਰ ਜਿਹੜੀ ਬਣਾਈ ਗਈ ਹੈ ਗੁਰਪ੍ਰੀਤ ਬਠਿੰਡਾ ਹੋਰਾਂ ਵੱਲੋਂ। ਆਰਟਿਸਟ ਨੇ, ਸਾਡੇ ਅਜ਼ੀਜ਼ ਦੋਸਤ ਨੇ, ਔਰ ਇੱਕ ਬੜੀ ਵੱਖਰੀ ਤਰ੍ਹਾਂ ਦੀ ਇਹਨਾਂ ਦੀ ਅਪਰੋਚ ਰਹੀ ਹੈ ਹਮੇਸ਼ਾ ਹੀ। ਅਤੇ ਮੈਨੂੰ ਲੱਗਿਆ ਕਿ ਬੇਸ਼ੱਕ ਆਪਾਂ ਬੜੇ ਹੋਰ ਤਰੀਕੇ ਹੋ ਸਕਦੇ ਆ ਜਿੱਥੇ ਅਸੀਂ ਕਿਸੇ ਨੂੰ ਯਾਦ ਕਰਨਾ ਹੋਵੇ, ਕਿਸੇ ਦੀ ਗੱਲ ਕਰਨੀ ਹੋਵੇ, ਪਰ ਜਦੋਂ ਉਹ ਜਿਸ ਸਟਾਈਲ ਦੇ ਨਾਲ, ਜਿਸ ਅੰਦਾਜ਼ ਦੇ ਨਾਲ ਤੁਸੀਂ ਬਿਆਨ ਕਰਦੇ ਹੋ, ਉਹਦੇ ਪਿੱਛੇ ਬਹੁਤ ਸਾਰੀਆਂ ਗੱਲਾਂ ਲੁਕੀਆਂ ਹੁੰਦੀਆਂ। ਅਤੇ ਉਹਨਾਂ ਗੱਲਾਂ ਨੂੰ ਕੱਢਣ ਦੇ ਲਈ ਮੈਂ ਚਾਹੁੰਦਾ ਸੀ ਕਿ ਅੱਜ ਤੁਹਾਨੂੰ ਔਨ ਏਅਰ ਖੇਚਲ ਦੇਵਾਂ। ਪਹਿਲਾਂ ਤਾਂ ਧੰਨਵਾਦ ਤੁਹਾਡਾ, ਬਹੁਤ ਸਮਾਂ ਕੱਢ ਰਹੇ ਹੋ। ਨਹੀਂ, ਸ਼ੁਕਰੀਆ ਜੀ। ਤੇ ਦਰਅਸਲ ਡਾਕਟਰ ਭੀਮ ਰਾਓ ਅੰਬੇਦਕਰ ਬਹੁਤ ਮਹਿਮਤ ਪਰਸਨੈਲਿਟੀ ਹੈ। ਹਾਂਜੀ, ਬਹੁਤ ਵਿਸ਼ਾਲ ਪਰਸਨੈਲਿਟੀ ਹੈ। ਤੇ ਇਹ ਕਹਿ ਲਓ ਵੀ ਜਿਹੜੇ ਮੇਰੀਆਂ ਪਸੰਦੀਦਾ ਜਿਹੜੀਆਂ ਹਸਤੀਆਂ ਹਿੰਦੁਸਤਾਨ ਦੀਆਂ, ਉਹਨਾਂ ਚੋਂ ਇੱਕ ਹੈ ਜੀ। ਤੇ ਅੱਜ 14 ਅਪ੍ਰੈਲ ਉਹਨਾਂ ਦਾ ਜਨਮ ਦਿਨ ਹੈ, ਔਰ ਬੜਾ ਵਧੀਆ 130ਵਾਂ ਜਨਮ ਦਿਨ ਹੈ, ਕਿਉਂਕਿ 14 ਅਪ੍ਰੈਲ 1891 ਨੂੰ ਉਹਨਾਂ ਦਾ ਬਰਥ ਹੋਇਆ ਸੀ। ਤੇ 130ਵਾਂ ਬਰਥ ਡੇ ਆ ਉਹਨਾਂ ਦਾ। ਆਪਾਂ ਇੰਡੀਆ ਦੇ ਵਿੱਚ ਇਹਦੇ ਨੈਸ਼ਨਲ ਹੋਲੀਡੇ ਆ, ਭੀਮ ਜਯੰਤੀ ਦੇ ਨਾਮ ਤੇ ਇਹਨੂੰ ਮਨਾਉਂਦੇ ਆ। ਜਿਵੇਂ ਹਿੰਦੁਸਤਾਨ ਦੀਆਂ ਉਹ ਪਰਸਨੈਲਿਟੀਜ਼ ਜਿਨ੍ਹਾਂ ਨੇ ਸਮਾਜ ਦੇ ਨੋਰਮਸ ਦੇ ਖਿਲਾਫ ਜਾ ਕੇ ਹੱਕ ਸੱਚ ਦੀ ਆਵਾਜ਼ ਚੱਕੀ ਹੈ ਨਾ, ਉਹਨਾਂ ਚੋਂ ਜਿਵੇਂ ਮੈਂ ਸਮਝਦਾ ਕਿ ਸਭ ਤੋਂ ਪਹਿਲਿਆਂ ਚੋਂ ਮਹਾਤਮਾ ਬੁੱਧ ਹੈ ਨਾ, ਜਿਹੜਾ ਨੇ ਕਿ ਉਸ ਟਾਈਮ ਦਾ ਸਥਾਪਤ ਜਿਹੜਾ ਬ੍ਰਾਹਮਣੀ ਕਲਚਰ ਸੀਗਾ, ਉਹਦੇ ਖਿਲਾਫ ਜਾ ਕੇ ਉਹਨਾਂ ਨੇ ਇੱਕਦਮ, ਉਹ ਤਾਂ ਬਲਕਿ ਅਨੇਸ਼ਵਰਵਾਦ ਵਾਲਾ ਵੀ ਉਹਨਾਂ ਦਾ ਕੰਮ ਸੀ, ਕਿਉਂਕਿ ਉਹ ਚਾਰਵਾਕ ਬਾਰੇ ਵੀ ਜ਼ਿਕਰ ਕਰਦੇ ਆ ਬੁੱਧ। ਤੇ ਉਸ ਲਾਈਨੇਜ ਨੂੰ ਕੰਟੀਨਿਊ ਬਹੁਤ ਬਾਅਦ ਚ ਕਰਦੇ ਆ ਫਿਰ ਕਬੀਰ ਸਾਹਿਬ, ਗੁਰੂ ਨਾਨਕ ਦੇਵ ਜੀ ਤੇ ਰਵਿਦਾਸ। ਇਹ ਉਦੋਂ ਅਗਲੀ ਮੇਰੇ ਇਹ ਕਹਿ ਲਓ ਵੀ ਪਸੰਦੀਦਾ ਸ਼ਖਸੀਅਤਾਂ ਹੋਈਆਂ। ਤੇ ਖਾਸ ਤੌਰ ਤੇ ਕਬੀਰ ਸਾਹਿਬ ਨੇ ਜਿਵੇਂ ਬਹੁਤ ਹੀ ਖੁੱਲ ਕੇ ਫਲੈਟ ਤੇ ਬਲੰਟ ਅਟੈਕ ਕੀਤੇ, ਉਹ ਵੀ ਕਿੱਥੇ, ਬਨਾਰਸ ਜਿਹੜਾ ਗੜ੍ਹ ਸੀਗਾ ਉਹਦੇ ਚ ਰਹਿ ਕੇ। ਤੇ ਉਹ ਬਹੁਤ ਡੇਅਰਿੰਗ ਕੰਮ ਸੀ ਕਬੀਰ ਸਾਹਿਬ ਜੀ ਦਾ ਵੀ ਤੇ ਰਵਿਦਾਸ ਜੀ ਦਾ ਵੀ। ਤਾਂ ਉਸ ਦੀ ਕੰਟੀਨਿਊਸ਼ਨ ਫਿਰ ਅੱਗੇ ਜਾ ਕੇ ਦੋ ਬੰਦੇ ਕਰਦੇ ਆ। ਇੱਕ ਹੈ ਜੋਤੀ ਰਾਓ ਫੂਲੇ, ਤੇ ਜੋਤੀ ਰਾਓ ਫੂਲੇ ਤੋਂ ਬਾਅਦ ਫਿਰ ਉਸਨੂੰ ਉਹਨਾਂ ਦਾ ਜਿਵੇਂ ਕਹਿ ਲਓ ਨਾ ਰਿਲੇ ਰੇਸ ਹੁੰਦੀ ਹੈ ਤੇ ਬੈਟਨ ਅੱਗੇ ਫੜ ਲੈਂਦੇ ਆ ਭੀਮ ਰਾਓ ਅੰਬੇਦਕਰ। ਔਰ ਸਬੱਬੀ ਜੋਤੀ ਰਾਓ ਫੂਲੇ ਵੀ ਮਹਾਰਾਸ਼ਟਰ ਤੋਂ ਹੈ ਤੇ ਡਾਕਟਰ ਭੀਮ ਰਾਓ ਅੰਬੇਦਕਰ ਵੀ ਮਹਾਰਾਸ਼ਟਰ ਤੋਂ ਸੀ। ਜੋਤੀ ਰਾਓ ਫੂਲੇ ਦੀ ਡੈਥ ਹੁੰਦੀ ਹੈ 1890 ਚ, ਹੈ ਨਾ, ਤੇ ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਹੁੰਦਾ 1891 ਚ। ਐਗਜ਼ੈਕਟ ਉਹਨਾਂ ਦੀ ਡੈਥ ਤੋਂ ਅਗਲੇ ਸਾਲ ਭੀਮ ਰਾਓ ਅੰਬੇਦਕਰ ਦਾ ਜਨਮ ਹੋ ਜਾਂਦਾ, ਜਿਵੇਂ ਉਹਨਾਂ ਦੀ ਲਾਈਨੇਜ ਨੂੰ ਜਾਂ ਉਹਨਾਂ ਦੀ ਮਤਲਬ ਵਰਕ ਨੂੰ ਕੰਟੀਨਿਊ ਕਰਨ ਲਈ ਜਨਮ ਹੋਇਆ ਹੋਵੇ ਇਹਨਾਂ ਦਾ। ਤੇ ਉਸ ਤੋਂ ਬਾਅਦ ਇਹ ਹੈ ਕਿ ਹਿੰਦੁਸਤਾਨ ਦੇ ਵਿੱਚ ਮੈਂ ਦੇਖੋ ਕਿ ਪਿਛਲੇ ਕੁਛ ਸਮੇਂ ਪਹਿਲਾਂ ਦੀ ਗੱਲ ਦੱਸਦਾ, ਪੰਜਾਬ ਦੀ
ਕਿ ਆਪਣੇ ਇੱਥੇ ਵੀ ਨਾ ਜਿਹੜੇ ਇੱਕ ਖਾਸ ਵਰਗ ਜਿਹਨਾਂ ਨੂੰ ਮਤਲਬ ਕਹਿ ਲਏ ਕਿ ਦਲਿਤ ਕਲਾਸ ਜਿਹਨਾਂ ਨੂੰ ਵਿਹੜੇ ਵਾਲੇ ਵੀ ਕਹਿ ਦਿੰਦੇ ਨਾ, ਉਹਨਾਂ ਚੋਂ ਕੋਈ ਜਿਵੇਂ ਪਾਣੀ ਗਲਾਸ 'ਚ ਪੀ ਲੈਂਦਾ। ਮੇਰਾ ਇੱਕ ਦੋਸਤ ਨੇ ਦੱਸੀ ਹੋਈ ਹੈ ਇਹ ਗੱਲ ਕਿ ਸਾਡੇ ਘਰ ਇਹ ਹੋਇਆ ਹਨਾ ਕਿ ਉਹਦੇ ਗਲਾਸ ਨੂੰ ਫਿਰ ਅੱਗ 'ਚ ਪਾਉਂਦੇ ਸੀ ਤੇ ਕਹਿੰਦੇ ਸੀ ਪਿੱਟ ਗਿਆ ਇਹ। ਤੇ ਅਲੱਗ ਸ਼ਮਸ਼ਾਨ ਘਾਟਾਂ, ਅਲੱਗ ਗੁਰਦੁਆਰੇ ਆਪਾਂ ਆਪਦੀਆਂ ਨਜ਼ਰਾਂ ਨਾਲ ਦੇਖੇ ਹੋਏ ਆ ਹੁਣ ਥੋੜੇ ਸਮਾਂ ਪਹਿਲਾਂ। ਤੇ ਤੁਸੀਂ ਸੋਚੋ ਕਿ ਜਦੋਂ ਭੀਮ ਰਾਓ ਅੰਬੇਦਕਰ ਦਾ ਜਨਮ ਹੁੰਦਾ 1891 'ਚ, ਉਦੋਂ ਸਥਿਤੀ ਕਿੱਦਾਂ ਦੀ ਹੋਊਗੀ? ਸਥਿਤੀ ਇੰਨੀ ਕੁ ਮਾੜੀ ਸੀ ਕਿ ਦਲਿਤਾਂ ਨੂੰ ਮਤਲਬ ਪਾਣੀ ਪੀਣ ਤਾਂ ਦੂਰ ਦੀ ਗੱਲ ਆ, ਉਹਨਾਂ ਨੂੰ ਪਿੱਠ ਪਿੱਛੇ ਝਾੜੂ ਬੰਨ ਕੇ ਫਰਵਾਇਆ ਜਾਂਦਾ ਸੀਗਾ। ਜੋਤੀ ਰਾਓ ਫੂਲੇ ਨੇ ਬਹੁਤ ਫੇਸ ਕੀਤਾ, ਭਾਵੇਂ ਉਹ ਜਿਵੇਂ ਦਲਿਤ ਵਰਗਾਂ ਚੋਂ ਵੀ ਮਾਲੀ ਜਾਤ ਚੋਂ ਸੀਗੇ, ਪਰ ਉਹਨਾਂ ਨੇ ਇਹ ਗੱਲ ਪੂਰੇ ਬਿਆਨ ਕੀਤੀ ਹੈ ਵੀ ਕਿਵੇਂ ਝਾੜੂ ਬਣਾ ਕੇ ਫਿਰਾਇਆ ਜਾਂਦਾ ਸੀ ਕਿ ਜਿਹੜੀ ਜਗ੍ਹਾ ਤੋਂ ਲੰਘ ਰਿਹਾ ਆ ਉਹਨਾਂ ਦੇ ਪੈੜ ਪੈ ਰਹੀ ਹੈ ਉਹ ਸਾਫ਼ ਹੋਈ ਜਾਵੇ ਹੈਂ, ਤੇ ਤਾਂ ਕਿ ਪਰਛਾਵਾਂ ਵੀ ਮਤਲਬ ਕਿਸੇ ਦਾ ਦਲਿਤ ਦਾ ਪਰਛਾਵਾਂ ਪੈਣਾ ਵੀ ਇਹ ਬਹੁਤ ਮਾੜਾ ਸਮਝਿਆ ਜਾਂਦਾ ਸੀ ਕਿ ਪਰਛਾਵਾਂ ਟੱਚ ਤਾਂ ਕਰਨ, ਅਨਟੱਚੇਬਲ ਤਾਂ ਹੋ ਹੀ ਗਿਆ ਨਾ, ਪਰਛਾਵਾਂ ਪੈਣਾ ਵੀ ਮਾੜਾ ਸਮਝਿਆ ਜਾਂਦਾ ਸੀ। ਤੇ ਸਬੱਬੀ ਜਿਹੜੇ ਭੀਮ ਰਾਓ ਅੰਬੇਦਕਰ ਦੇ ਫਾਦਰ ਸਾਹਿਬ ਸੀਗੇ, ਇਹ ਆਰਮੀ, ਬ੍ਰਿਟਿਸ਼ ਆਰਮੀ ਦੇ ਵਿੱਚ ਸੀਗੇ ਸੂਬੇਦਾਰ ਦੇ ਰੈਂਕ, ਤੇ ਸੂਬੇਦਾਰ ਦਾ ਰੈਂਕ ਉਦੋਂ ਕਾਫੀ ਉੱਪਰ ਮੰਨਿਆ ਜਾਂਦਾ ਸੀਗਾ। ਖਾਸ ਤੌਰ ਤੇ ਜਿਹੜੇ ਇੰਡੀਅਨ ਸੀਗੇ ਉਹਨਾਂ ਲਈ ਆਲਮੋਸਟ ਹਾਈਐਸਟ ਪੋਸਟ ਸੂਬੇਦਾਰ ਦਾ ਰੈਂਕ ਹੀ ਹੁੰਦਾ ਸੀ। ਤੇ ਇਹਨਾਂ ਦੇ ਦਾਦਾ ਜੀ ਛੋਟੇ ਰੈਂਕ ਤੇ ਸੀਗੇ ਪਹਿਲਾਂ ਬ੍ਰਿਟਿਸ਼ ਆਰਮੀ 'ਚ। ਇਹਨਾਂ ਦੇ ਫਾਦਰ ਦਾ ਖਾਸ ਰੀਜ਼ਨ ਵੀ ਇਹੀ ਸੀ ਕਿ ਇਹਨਾਂ ਦੀ ਬੈਕਗਰਾਊਂਡ ਬਹੁਤ ਗਰੀਬ ਸੀ, ਦਲਿਤ ਜਾਤੀ ਚੋਂ ਸੀ, ਤੇ ਅੰਗਰੇਜ਼ਾਂ ਨੇ ਇਹ ਕੀਤਾ ਸੀ ਕਿ ਉਹਨਾਂ ਨੂੰ ਦਲਿਤਾਂ ਨੂੰ ਮੌਕਾ ਦਿੱਤਾ ਸੀ ਕਿਉਂਕਿ ਉਹ ਮੰਨਦੇ ਨਹੀਂ ਸੀ ਜਾਤ ਪਾਤ ਨੂੰ, ਬ੍ਰਿਟਿਸ਼ ਆਫੀਸਰ ਸੀਗੇ ਜਿਹੜੇ। ਤੇ ਇਹਨਾਂ ਨੇ ਨਾ ਇਹਨਾਂ ਨੂੰ ਮੌਕਾ ਮਿਲਿਆ ਪੜ੍ਹਾਈ ਦਾ, ਤੇ ਇਹਨਾਂ ਦੇ ਫਾਦਰ ਨੇ ਪੂਰਾ ਜ਼ੋਰ ਇੱਕੋ ਚੀਜ਼ ਤੇ ਲਾਇਆ ਕਿ ਤੁਸੀਂ ਪੜ੍ਹਨਾ ਆਪਦੇ ਬੱਚਿਆਂ ਨੂੰ। ਹੁਣ ਤਾਂ 14 ਬੱਚੇ ਸੀ ਪਰ ਕਈਆਂ ਦੀ ਡੈਥ ਹੋ ਗਈ ਹਨਾ, ਉਹਦੇ ਚੋਂ ਸਭ ਤੋਂ ਛੋਟੇ ਸੀ ਭੀਮ ਰਾਓ ਅੰਬੇਦਕਰ। ਤੇ ਉਹਦੇ ਫਾਦਰ ਦੇ ਆਰਮੀ 'ਚ ਹੋਣ ਕਰਕੇ ਇਹਨਾਂ ਨੂੰ ਜਿਹੜੇ ਆਰਮੀ ਰਨ ਸਕੂਲ ਸੀਗੇ ਉਹਨਾਂ ਤੋਂ ਪੜ੍ਹਨ ਦਾ ਮੌਕਾ ਮਿਲ ਗਿਆ। ਅਦਰਵਾਈਜ਼ ਦਲਿਤ ਬੱਚੇ ਲਈ ਸੋਚਿਆ ਵੀ ਨਹੀਂ ਜਾ ਸਕਦਾ ਸੀ ਕਿ ਉਹਨਾਂ ਨੂੰ ਕਿਸੇ ਸਕੂਲ ਦੇ ਵਿੱਚ ਐਂਟਰ ਹੋਣ ਦਿੱਤਾ ਜਾਊਗਾ। ਤਾਂ ਉੱਥੇ ਇਹ ਪੜ੍ਹੇ ਆਰਮੀ ਸਕੂਲ ਦੇ ਵਿੱਚ, ਪਰ ਉੱਥੇ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਮਤਲਬ ਡਿਸਕ੍ਰਿਮੀਨੇਸ਼ਨ ਦਾ ਸਾਹਮਣਾ ਕਰਨਾ ਪਿਆ। ਇਹਨਾਂ ਨੂੰ ਬਾਹਰ ਬਿਠਾ ਦਿੱਤਾ ਜਾਂਦਾ ਕਲਾਸ ਦੇ ਹਨਾ, ਤੇ ਈਵਨ ਜਦੋਂ ਉਹਨਾਂ ਦੇ ਫਾਦਰ ਰਿਟਾਇਰ ਹੋ ਗਏ ਹਨਾ, ਬਦਲੀ ਵੀ ਹੋਈ, ਉੱਥੇ ਵੀ ਇਹ ਹਾਲਤ ਸੀਗੀ ਕਿ ਜਿਵੇਂ ਪਾਣੀ ਵੀ ਪਿਆਉਣਾ ਹੁੰਦਾ ਸੀ ਨਾ, ਤੇ ਸਕੂਲ ਦੇ ਵਿੱਚ ਬੱਚੇ ਛੋਟੇ ਆ ਦੇਖੋ ਹੁਣ, ਉਹਨਾਂ ਨੂੰ ਪਾਣੀ ਪੀਣ ਦੀ ਇਜਾਜ਼ਤ ਨਹੀਂ ਸੀਗੀ ਸਕੂਲ ਦੇ ਵਿੱਚ। ਜੇ ਪਾਣੀ ਪੀਣਾ ਹੈ ਤਾਂ ਸਕੂਲ ਦਾ ਪੀਅਨ ਆਊਗਾ ਤੇ ਉਹ ਉੱਤੋਂ ਪਾਣੀ ਪੋਰ ਕਰੂਗਾ ਤੇ ਥੱਲਿਓਂ ਓਕ ਨਾਲ ਬੱਚੇ ਪਾਣੀ ਪੀਣਗੇ। ਤੇ ਜੇ ਕਿਸੇ ਦਿਨ ਸਮਝ ਲਓ ਪੀਅਨ ਐਬਸੈਂਟ ਆ ਸਕੂਲ ਚੋਂ, ਛੁੱਟੀ ਤੇ ਹੈ, ਤਾਂ ਉਦੋਂ ਉਹ ਬੱਚੇ ਪਾਣੀ ਨਹੀਂ ਪੀਣਗੇ। ਇਹ ਹਾਲਤ 'ਚ ਪੜ੍ਹੇ ਆ ਡਾਕਟਰ ਭੀਮ ਰਾਓ ਅੰਬੇਦਕਰ। ਤੇ ਬਾਅਦ 'ਚ ਫਾਦਰ ਦੀ ਡੈਥ ਹੋ ਗਈ, ਸਮਹਾਓ ਸਟਰਗਲ ਕਰਦੇ ਰਹੇ, ਤੇ ਉੱਥੋਂ ਦੇ ਐਂ ਕਹਿ ਲਓ ਵੀ ਪਹਿਲੀ ਵਾਰੀ ਇਹ ਛੋਟੀ ਜਾਤੀ ਚੋਂ ਪਹਿਲੇ ਬੱਚੇ ਸੀ ਹਿੰਦੁਸਤਾਨ 'ਚ ਜਿਨ੍ਹਾਂ ਦੀ ਐਡਮਿਸ਼ਨ ਹੋਈ ਕਾਲਜ ਸਕੂਲ ਦੇ ਵਿੱਚ। 10th ਕੀਤੀ ਇਹਨਾਂ ਨੇ ਪਾਸ, ਔਰ ਪਾਸ ਵੀ ਵਧੀਆ ਮਤਲਬ ਚੰਗੀ ਤਰੀਕੇ ਨਾਲ ਕੀਤੀ। ਉੱਥੇ ਇੱਕ ਫਿਰ ਟਰਨਿੰਗ ਪੁਆਇੰਟ ਆਉਂਦਾ ਕਿ ਇਹਨਾਂ ਦੇ ਫਾਦਰ ਦੀ ਡੈਥ ਹੋ ਜਾਂਦੀ ਹੈ, ਪਰ ਇਹਨਾਂ ਨੂੰ ਇੱਕ ਬੜੌਦਾ ਦੇ ਜਿਹੜੇ ਗਾਇਕਵਾੜ ਸੀਗੇ ਨਾ, ਸਾਇਆ ਜੀ ਰਾਓ ਥਰਡ, ਉਹ ਇਹਨਾਂ ਨੂੰ ਸਕਾਲਰਸ਼ਿਪ ਦੇ ਦਿੰਦੇ ਆ। ਰਜਿੰਦਰ ਜੀ, ਸਕਾਲਰਸ਼ਿਪ ਲੈ ਕੇ ਇਹਨਾਂ ਦਾ ਤਾਂ ਟੀਚਾ ਹੀ ਇਹ ਸੀ, ਇਹਨਾਂ ਨੂੰ ਇਹ ਗੱਲ ਪਤਾ ਲੱਗ ਗਈ ਸੀ ਚੰਗੀ ਤਰ੍ਹਾਂ ਕਿ ਸਾਡੀ ਜਾਤੀ ਦਾ ਜਾਂ ਦਲਿਤ ਜਾਤਾਂ ਦਾ ਸਾਰੀਆਂ ਦਾ ਉਥਾਨ ਹੈ ਜਿਹੜਾ, ਉਹਦਾ ਇੱਕੋ ਹੀ ਵੇ ਆਊਟ ਹੈ, ਉਹ ਹੈ ਐਜੂਕੇਸ਼ਨ ਚੋਂ। ਤੇ ਮੈਂ ਸਮਝਦਾ ਕਿ ਉਹ ਕਿਸੇ ਲਈ ਵੀ ਇਹ ਹੈ ਕਿ ਮਤਲਬ ਕਿਤਾਬ ਚੋਂ ਤੁਹਾਡੇ ਮਤਲਬ ਨਿਕਲਣਾ। ਭਗਤ ਸਿੰਘ ਵੀ ਕਹਿੰਦਾ ਨਾ ਵੀ ਜਿਹੜੀ ਵਿਚਾਰਾਂ ਦੀ ਤਲਵਾਰ ਹੈ ਉਹ ਜਿਹੜੀ ਤੁਹਾਡੀ ਤਰਕ ਦੀ ਤਾਣ ਤੇ ਤੇਜ਼ ਹੁੰਦੀ ਹੈ, ਉਹ ਤਰਕ, ਲੌਜਿਕ, ਪੜ੍ਹਾਈ, ਐਜੂਕੇਸ਼ਨ ਇਹੀ ਰਸਤਾ ਖੋਲ ਸਕਦਾ। ਔਰ ਇਹੀ ਵਾਜ਼ ਵੈਰੀ ਮਚ ਕਲੀਅਰ। ਤੇ ਇਹ ਕੋਲੰਬੀਆ ਅਮਰੀਕਾ ਦੇ ਵਿੱਚ ਹਨਾ, ਕੋਲੰਬੀਆ ਯੂਨੀਵਰਸਿਟੀ 'ਚ ਪੜ੍ਹਨ ਚਲੇ ਗਏ, ਉੱਥੋਂ ਇਹਨਾਂ ਨੇ ਪੋਸਟ ਗ੍ਰੈਜੂਏਸ਼ਨ ਕੀਤੀ ਤੇ ਇਕਨੋਮਿਕਸ ਦੇ ਵਿੱਚ। ਬਲਕਿ ਇਹ ਪਹਿਲੇ ਇੰਡੀਅਨ ਸੀ, ਇਹ ਨਹੀਂ ਕਿ ਪਹਿਲੇ ਦਲਿਤ।
ਪਹਿਲੇ ਇੰਡੀਅਨ ਸੀ ਜਿਹੜੇ ਨੇ ਕਿਸੇ ਨੇ ਫੋਰਨ ਦੇ ਵਿੱਚੋਂ, ਕਿਸੇ ਫੋਰਨ ਕੰਟਰੀ ਚੋਂ ਇਕਨੋਮਿਕਸ ਪੋਸਟ ਗ੍ਰੈਜੂਏਸ਼ਨ ਹਾਸਲ ਕੀਤੀ ਸੀ। ਠੀਕ। ਉਸ ਤੋਂ ਬਾਅਦ ਹੀ ਵਾਂਟਡ ਟੂ ਸਟੱਡੀ ਕਿ ਮੈਂ ਜਾਵਾਂ ਅੱਗੇ ਫਰਦਰ ਇੰਗਲੈਂਡ ਜਾ ਕੇ। ਲੰਡਨ ਉਦੋਂ ਨੰਬਰ 1 ਮੰਨਿਆ ਜਾਂਦਾ ਸੀ ਐਜੂਕੇਸ਼ਨ ਦੇ ਵਿੱਚ। ਇਹ ਲੰਡਨ ਜਾ ਕੇ ਡਾਕਟਰੇਟ ਕਰਨੀ ਚਾਹੁੰਦੇ ਸੀ, ਬਟ ਇਹਨਾਂ ਦੀ ਸਕਾਲਰਸ਼ਿਪ ਖਤਮ ਹੋ ਗਈ ਤੇ ਵਾਪਸ ਆ ਗਏ ਇਹ ਇੰਡੀਆ। ਤੇ ਜੋਬ ਇਹਨਾਂ ਨੂੰ ਜਿਹੜੇ ਗਾਇਕਵਾੜ ਜਿਨ੍ਹਾਂ ਨੇ ਇਹਨਾਂ ਨੂੰ ਸਪਾਂਸਰ ਕੀਤਾ ਸੀ ਜੇ ਇਹਨਾਂ ਦੀ ਪੜ੍ਹਾਈ, ਉਹਨਾਂ ਨੇ ਕਿਹਾ ਵੀ ਭਾਈ ਸਾਡੇ ਕੋਲੇ ਜੋਬ ਕਰੋ ਹੁਣ ਤੁਸੀਂ, ਤੇ ਉਹਨਾਂ ਨੇ ਇਹਨਾਂ ਨੂੰ ਡਿਫੈਂਸ ਸੈਕਟਰੀ ਲਾਤਾ। ਹਰਜਿੰਦਰ ਜੀ ਦੇਖੋ, ਡਿਫੈਂਸ ਸੈਕਟਰੀ ਕਿਸੇ ਕੰਟਰੀ ਸਟੇਟ ਦਾ ਉਹ ਹੁੰਦਾ ਜਿਹੜਾ ਟੌਪ ਦਾ IAS ਆਫਿਸਰ ਹੋਵੇ। ਜਿਵੇਂ ਆਪਣੇ ਇੱਥੇ ਉਹ ਵੀ IAS ਆਫਿਸਰਸ ਚੋਂ ਵੀ ਬਹੁਤ ਟੌਪ ਦੇ ਜਿਹੜੇ ਉਹ ਡਿਫੈਂਸ ਸੈਕਟਰੀ ਲੱਗਦਾ। ਠੀਕ ਹੈ। ਇਹ ਟੌਪ ਦੀ ਪੋਸਟ ਹੀ ਹੈ ਕਹਿ ਲਓ ਉਸ ਸਟੇਟ ਦੀ, ਪਰ ਉਸ ਟੌਪ ਦੀ ਪੋਸਟ ਵਾਲੇ ਬੰਦੇ ਨੂੰ ਉਸ ਦੇ ਆਫਿਸ ਦਾ ਕਲਰਕ ਜਾਂ ਉਸ ਦੇ ਆਫਿਸ ਦਾ ਬਲਕਿ ਪੀਐਨ ਵੀ ਪਾਣੀ ਨਹੀਂ ਸੀ ਫੜਾਉਂਦਾ। ਇੰਨੀ ਐਜੂਕੇਸ਼ਨ ਹਾਸਲ ਕਰਨ ਤੋਂ ਬਾਅਦ, ਇੰਨੀ ਟੌਪ ਪੋਸਟ ਹਾਸਲ ਕਰਨ ਤੋਂ ਬਾਅਦ ਵੀ ਮਤਲਬ ਇਹ ਹਾਲਤ ਸੀ ਕਿ ਉਹ ਪਾਣੀ ਤੱਕ ਨਹੀਂ ਸੀ ਫੜਾ ਰਹੇ ਹਨਾ। ਉਹ ਕਹਿੰਦੇ ਵੀ ਇੱਥੇ ਪਾਣੀ ਅਸੀਂ ਤਾਂ ਦੇਵਾਂਗੇ ਨਹੀਂ। ਉਹ ਰਾਜਾ ਤੁਹਾਨੂੰ ਜੋਬ ਤੇ ਰੱਖਿਆ ਉਹਨੇ, ਕੋਈ ਗੱਲ ਨਹੀਂ ਅਸੀਂ ਸਾਰੇ ਜੋਬ ਛੱਡ ਦਾਂਗੇ ਪਰ ਆਹ ਕੰਮ ਨਹੀਂ ਕਰਾਂਗੇ ਹਨਾ। ਤੇ ਸਮਹਾਓ ਇਹਨੂੰ ਪਤਾ ਲੱਗ ਗਿਆ ਕਿ ਨਹੀਂ, ਸਿਰਫ ਇਹੀ ਹੱਲ ਨਹੀਂ ਹੈਗਾ। ਤੇ ਇਹਨਾਂ ਨੇ ਫਿਰ ਕੀ ਕੀਤਾ ਕਿ ਇਹਨਾਂ ਨੂੰ ਲੱਗਿਆ ਕਿ ਸੰਗਠਿਤ ਹੋਣਾ ਪਊਗਾ, ਸਾਰੀ ਸਾਡੀ ਸਟਰੈਂਥ ਵਧਾਉਣੀ ਪਊਗੀ, ਫੇਰ ਜਾ ਕੇ ਗੱਲ ਸਾਡੀ ਸੁਣੀ ਜਾਊਗੀ ਜੇ ਸਾਡੇ ਕੋਲ ਪੋਲੀਟੀਕਲ ਪਾਵਰ ਆਉਂਦੀ ਹੈ ਤਾਂ। ਪਰ ਉਹ ਇੱਦਾਂ ਈਜ਼ੀਲੀ ਪੋਸੀਬਲ ਨਹੀਂ ਸੀ। ਇਹਨਾਂ ਨੇ ਅਲਟੀਮੇਟਲੀ ਉਹ ਜੋਬ ਵੀ ਛੱਡਤੀ। ਫਿਰ ਇਹਨਾਂ ਨੇ ਮਤਲਬ ਕਿਤੇ ਪ੍ਰੋਫੈਸਰ ਵੀ ਲੱਗੇ ਹਨਾ ਕਾਲਜ ਦੇ ਵਿੱਚ, ਸੈਂਡਮ ਕਾਲਜ ਸੀਗਾ ਉੱਥੇ ਇਕਨੋਮਿਕਸ ਦੇ ਪ੍ਰੋਫੈਸਰ ਲੱਗੇ। ਪਰ ਇੱਥੇ ਫਿਰ ਇੱਕ ਜਿਵੇਂ ਗਾਇਕਵਾੜ ਸੀਗੇ ਬੜੌਦਾ ਦੇ, ਉਹਨਾਂ ਤੋਂ ਬਾਅਦ ਇੱਕ ਇਹਨਾਂ ਨੂੰ ਦੂਜਾ ਬੰਦਾ ਇੱਥੇ ਬਹੁਤ ਵਧੀਆ ਮੈਂਟੋਰ ਕਰਦੇ ਆ, ਉਹ ਹੈਗੇ ਸਾਹੂ ਮਹਾਰਾਜ ਕੋਲਾਪੁਰ ਦੇ। ਸਾਹੂ ਮਹਾਰਾਜ ਕੋਲਾਪੁਰ ਦੇ ਰਾਜਾ ਸੀਗੇ। ਉਹਨਾਂ ਨੇ ਪਰ ਬਹੁਤ ਜ਼ੋਰ ਲਾਇਆ ਬੈਕਵਰਡ ਕਲਾਸਿਸ ਨੂੰ, ਬੈਕਵਰਡ ਕਾਸਟ ਨੂੰ ਉੱਪਰ ਚੱਕਣ ਲਈ। ਉਹਨਾਂ ਨੇ ਇਹਨਾਂ ਨੂੰ ਸਪਾਂਸਰ ਕਰਨਾ ਸ਼ੁਰੂ ਕੀਤਾ ਤੇ ਇਹਨਾਂ ਨੇ ਆਪਣਾ ਮੈਗਜ਼ੀਨ ਕੱਢਿਆ ਮੂਕ ਨਾਇਕ, ਮਤਲਬ ਡਮ ਹੀਰੋ ਹਨਾ, 1920 ਦੇ ਵਿੱਚ। ਇਹ ਮੈਗਜ਼ੀਨ ਵਿੱਚ ਬਹੁਤ ਸੋਹਣਾ ਇਹਨਾਂ ਨੇ ਲਿਖਣਾ ਸ਼ੁਰੂ ਕੀਤਾ, ਨਾਲ ਪ੍ਰਚਾਰ ਆਪਦਾ ਸ਼ੁਰੂ ਕੀਤਾ। ਉਸ ਦੇ ਨਾਲ ਇਹਨਾਂ ਨੂੰ ਥੋੜਾ ਫੰਡ ਕਲੈਕਸ਼ਨ ਇਹਨਾਂ ਨੇ ਆਪਦੇ ਲਈ ਸ਼ੁਰੂ ਕੀਤੀ। ਜਦੋਂ ਇਹਨਾਂ ਕੋਲ ਸਫੀਸ਼ੀਐਂਟ ਫੰਡ ਹੋ ਗਏ, ਲੰਡਨ ਪਹੁੰਚ ਕੇ ਦੁਬਾਰਾ ਆਪਣੀ ਐਜੂਕੇਸ਼ਨ ਨੂੰ ਕੰਟੀਨਿਊ ਕਰਨ ਲਈ। ਫਿਰ ਪਹਿਲਾਂ ਇਹਨਾਂ ਨੇ ਇਕਨੋਮਿਕਸ ਦੇ ਵਿੱਚ ਮਾਸਟਰਸ ਲਿੱਤੀ 1921 ਦੇ ਵਿੱਚ ਦੁਬਾਰਾ, ਤੇ ਫਿਰ ਬੈਰਿਸਟਰ ਬਣੇ। ਠੀਕ ਹੈ ਜੀ। ਫਿਰ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ, ਡਾਕਟਰੇਟ ਇਨ ਸਾਇੰਸ 1923 ਦੇ ਵਿੱਚ। ਤੇ ਫਿਰ PhD ਹਾਸਲ ਕੀਤੀ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਤੋਂ ਦੁਬਾਰਾ। ਇਹਨਾਂ ਨੇ ਇਹ ਸਾਰਾ ਕੁਛ ਕਰਕੇ ਵਾਪਸ ਇੰਡੀਆ ਆਏ। ਇਹਨਾਂ ਨੇ ਲੱਗਿਆ ਕਿ ਹੁਣ ਮੈਂ ਕੰਮ ਖਿੱਚਾਂ। ਇਹਨਾਂ ਨੇ ਆ ਕੇ ਇੱਥੇ ਬੜੀ ਵਧੀਆ ਇੱਕ ਸੰਗਠਨ ਖੜਾ ਕੀਤਾ, ਬਹਿਸ਼ਕ੍ਰਿਤ ਹਿਤਕਾਰਨੀ ਸਭਾ। ਬਹਿਸ਼ਕ੍ਰਿਤ ਸਮਝਦੇ ਹੋ ਤੁਸੀਂ, ਮਤਲਬ ਜਿਹੜੇ ਲੋਕਾਂ ਨੂੰ ਬਹਿਸ਼ਕ੍ਰਿਤ ਆਪਣੀ ਸੁਸਾਇਟੀ ਦੇ ਵਿੱਚੋਂ ਖਾਰਿਜ ਕੀਤਾ ਹੋਵੇ, ਕੱਢਿਆ ਗਿਆ ਹੋਵੇ, ਖਾਰਿਜ ਕੀਤਾ ਹੋਵੇ ਹਨਾ, ਉਹਨਾਂ ਨੂੰ ਲੈ ਕੇ ਇਹਨਾਂ ਨੇ ਸਭਾ ਬਣਾਈ ਤੇ ਆਪਣਾ ਪੋਲੀਟੀਕਲ ਐਕਟਿਵਿਜ਼ਮ ਸ਼ੁਰੂ ਕੀਤਾ। ਇੱਕ ਬਹੁਤ ਵੱਡਾ ਤਲਾਬ ਸੀ, ਉੱਥੋਂ ਪਾਣੀ ਨਹੀਂ ਸੀ ਪੀਣ ਦਿੰਦੇ ਹੁੰਦੇ ਦਲਿਤਾਂ ਨੂੰ। ਈਵਨ ਅਨਾਊਂਸਮੈਂਟ ਕਰਤੀ ਬ੍ਰਿਟਿਸ਼ ਨੇ ਕਿ ਇਹ ਖੁੱਲ੍ਹਾ ਅੱਗੇ ਤੋਂ ਸਾਰੀਆਂ ਜਾਤੀਆਂ ਲਈ, ਬਟ ਫਿਰ ਵੀ ਕੋਈ ਡਰਦਾ ਜਾਂਦਾ ਨਹੀਂ ਸੀ। ਇਹਨਾਂ ਨੇ ਬਹੁਤ ਵੱਡੇ ਮਾਸ ਨੰਬਰ 'ਚ ਬੰਦਿਆਂ ਨੂੰ ਲੈ ਕੇ ਉੱਥੇ ਗਏ ਤੇ ਉੱਥੋਂ ਪਾਣੀ ਪੀਤਾ। ਤੇ ਇਹਨਾਂ ਨੇ ਕਿਹਾ ਕਿ ਸਾਡਾ ਮਕਸਦ ਇਹ ਨਹੀਂ ਹੈਗਾ ਕਿ ਅਸੀਂ ਇਸ ਤਲਾਬ ਦਾ ਪਾਣੀ ਪੀ ਕੇ ਕੋਈ ਪਵਿੱਤਰ ਹੋ ਜਾਵਾਂਗੇ, ਅਸੀਂ ਸਿਰਫ ਇਹ ਸਾਬਤ ਕਰਨਾ ਚਾਹੁੰਦੇ ਹਾਂ ਵੀ ਅਸੀਂ ਵੀ ਬਾਕੀ ਲੋਕਾਂ ਵਰਗੇ ਹੀ ਲੋਕ ਹੈ। ਇਹੀ ਫਿਰ ਇੱਕ ਮੰਦਿਰ ਨੂੰ ਲੈ ਕੇ ਬੜੀ ਮੂਵਮੈਂਟ ਹੋਈ। ਉਹ ਮੰਦਿਰ ਦੇ ਵਿੱਚ ਰਾਤ ਯਾਤਰਾ ਨਿਕਲਦੀ ਸੀ। ਇਹਨਾਂ ਨੇ ਕਿਹਾ ਅਸੀਂ ਵੀ ਹੱਥ ਲਾਵਾਂਗੇ। ਫਿਰ ਉੱਥੇ ਵੀ ਇਹਨਾਂ ਨੇ ਸਾਫ਼ ਕੀਤਾ ਕਿ ਸਾਡਾ ਮਕਸਦ ਇਹ ਨਹੀਂਗਾ ਕਿ ਅਸੀਂ ਧਾਰਮਿਕ ਹੋ ਗਏ ਜਾਂ ਇਹ ਹੋ ਗਏ, ਅਸੀਂ ਤਾਂ ਸਿਰਫ ਆਪਦਾ ਬਰਾਬਰਤਾ ਦਾ ਹੱਕ ਲਈ ਸਟਰਗਲ ਕਰ ਰਹੇ ਹਾਂ। ਤੇ ਇਲੈਕਸ਼ਨਸ ਹੁੰਦੇ ਸੀਗੇ ਉੱਥੇ ਹਨਾ, ਤੇ ਇਹਨਾਂ ਨੇ ਇਲੈਕਸ਼ਨ ਉਦੋਂ ਬ੍ਰਿਟਿਸ਼ ਗਵਰਨਮੈਂਟ ਨੇ ਸ਼ੁਰੂ ਕਰਾਤੇ ਸੀ ਕਰਾਉਣੇ। ਤੇ ਉਹਨਾਂ ਨੇ ਮਤਲਬ ਇਹ ਕਹਿਤਾ ਕਿ ਜਿਹੜੇ ਦਲਿਤ ਆ ਉਹਨਾਂ ਲਈ ਇਲੈਕਸ਼ਨ ਦਾ ਇੱਕ ਅਲੱਗ ਢੰਗ ਕੱਢਿਆ ਜਾਊਗਾ। ਬਟ ਮਹਾਤਮਾ ਗਾਂਧੀ ਬਹੁਤ ਐਂਟੀ ਸੀ ਇਸ ਗੱਲ ਦੇ। ਉਹਨੂੰ ਇਹ ਲੱਗਦਾ ਸੀ ਕਿ ਹਿੰਦੂ ਵਰਗ ਹੈ ਜਿਹੜਾ, ਹਿੰਦੂ ਕਲਾਸ ਆ, ਉਹ ਦੋ ਹਿੱਸਿਆਂ 'ਚ ਵੰਡੀ ਜਾਊ ਐਵੇਂ।
ਤੇ ਗਾਂਧੀ ਬਹੁਤ ਗੁੱਸੇ ਹੋਇਆ, ਮਤਲਬ ਤੇ ਗਾਂਧੀ ਨਾਲ ਅੰਬੇਦਕਰ ਜੀ ਵੀ ਬਹੁਤ, ਮਤਲਬ ਹੀ ਵਾਜ਼ ਆਲਸੋ ਵੈਰੀ ਐਂਗਰੀ। ਉਹ ਕਹਿੰਦਾ ਵੀ ਤੁਸੀਂ ਜਦੋਂ ਸਿੱਖਿਜ਼ਮ ਲਈ ਅਲੱਗ ਤੋਂ ਇੱਕ ਬਿੱਲ ਲਿਆਂਦਾ ਗਿਆ ਉਦੋਂ ਤੁਹਾਨੂੰ ਕੋਈ ਦਿੱਕਤ ਨਹੀਂ ਹੋਈ, ਹੈ ਨਾ। ਹਾਂਜੀ। ਤੇ ਮੁਸਲਿਮ ਦੇ ਲਈ ਅਲੱਗ ਤੋਂ ਬਿੱਲ ਲਿਆਂਦਾ, ਕੋਈ ਦਿੱਕਤ ਨਹੀਂ। ਦਲਿਤਾਂ ਲਈ ਬਿੱਲ ਆਇਆ ਤਾਂ ਤੁਹਾਨੂੰ ਦਿੱਕਤ ਆ। ਤੇ ਫਿਰ ਇਹਨਾਂ ਨਾਲ ਸਮਝੌਤਾ ਹੋਇਆ, ਹਿੰਦੂ ਕਲਾਸ ਵੱਲੋਂ ਮਦਨ ਮੋਹਨ ਮਾਲਵੀਆ ਨੇ ਤੇ ਦਲਿਤਾਂ ਵੱਲੋਂ ਅੰਬੇਦਕਰ ਹੋਣਾ ਨੇ ਆਪਸ 'ਚ ਰਿਟਨ ਸਮਝੌਤਾ ਕੀਤਾ ਵੀ ਠੀਕ ਹੈ, ਜਿਹੜਾ ਪ੍ਰੈਜ਼ੈਂਟ ਇਲੈਕਸ਼ਨ ਦਾ ਸਿਸਟਮ ਚੱਲ ਰਿਹਾ ਉਹਦੇ 'ਚ ਹੀ ਕੁਝ ਸੀਟਾਂ ਰਿਜ਼ਰਵ ਕਰ ਦਿਓ ਦਲਿਤਾਂ ਲਈ। ਤੇ ਉਹ ਸੀਟਾਂ ਜਿਹੜੀਆਂ ਰਿਜ਼ਰਵ ਸੀ ਉਹਨਾਂ ਤੇ ਇਹ ਇਲੈਕਸ਼ਨ ਲੜੇ ਆਪਦੀ ਪਾਰਟੀ ਬਣਾ ਕੇ, ਤੇ ਕਾਫੀ ਇਹਨਾਂ ਨੇ ਵਿੱਚੋਂ ਸੀਟਾਂ ਜਿੱਤੀਆਂ। ਮੇਰਾ ਖਿਆਲ ਆਲਮੋਸਟ 14-15 ਸੀਟਾਂ ਜਿੱਤ ਗਏ ਇਹ, ਮੇਰੀ ਯਾਦ ਨਹੀਂ ਐਗਜ਼ੈਕਟ ਨੰਬਰ, ਤਾਂ ਲਗਭਗ 14-15 ਦੇ ਕਰੀਬ ਸੀਟਾਂ ਜਿੱਤ ਗਏ ਸੀ। 16-17 ਸੀਟਾਂ ਸ਼ਾਇਦ ਰਿਜ਼ਰਵ ਕੀਤੀਆਂ ਸੀ, ਉਹਦੇ 'ਚ 14-15 ਸੀਟਾਂ ਅੰਬੇਦਕਰ ਹੁਣੀ ਜਿੱਤ ਗਏ ਸੀਗੇ। ਠੀਕ ਹੈ। ਤੇ ਉਸ ਤੋਂ ਬਾਅਦ ਵੀ ਕੰਟੀਨਿਊ ਰਿਹਾ। ਫਿਰ 1947 ਆਉਂਦਾ। 1947 ਦੇ ਵਿੱਚ ਇਹ ਪਾਰਟੀ ਆਪਦੀ ਬਣਾਉਂਦੇ ਆ, ਲੇਬਰ ਪਾਰਟੀ, ਬਟ ਇਲੈਕਸ਼ਨ ਹਾਰਦੇ ਆ ਤੇ ਫਿਰ ਇਹਨਾਂ ਨੂੰ ਰਾਜ ਸਭਾ ਦੇ ਮੈਂਬਰ ਦੇ ਤੌਰ ਤੇ ਨੋਮੀਨੀ ਕਰਕੇ ਲਿਆਉਂਦੇ ਆ ਤੇ ਇਹ ਦੇਸ਼ ਦੇ ਪਹਿਲੇ ਲਾਅ ਮਿਨਿਸਟਰ ਬਣਾਏ ਜਾਂਦੇ ਆ। ਜੀ ਜੀ। ਸਾਡੇ ਦੇਸ਼ ਦੇ, ਹਿੰਦੁਸਤਾਨ ਦੇ ਪਹਿਲੇ ਜਿਹੜੇ ਕਾਨੂੰਨ ਮੰਤਰੀ ਇਹ ਬਣਦੇ ਆ। ਤੇ ਉਹ ਤਾਂ ਪਤਾ ਹੀ ਹੈ, ਜਿਹੜਾ ਸਾਰਿਆਂ ਨੂੰ ਹੀ ਪਤਾ ਹੈ, ਸੰਵਿਧਾਨ ਲਿਖਣ ਦਾ ਕੰਮ ਹੈ ਜਿਹੜਾ। ਜਦੋਂ ਆਪਾਂ ਸਟੱਡੀ ਕਰਦੇ ਹਾਂ ਨਾ ਇਹਨਾਂ ਦੀ ਲਾਈਫ ਨੂੰ ਤੇ ਕਿਵੇਂ ਸੰਵਿਧਾਨ ਲਿਖਿਆ ਗਿਆ, ਕਈ ਲੋਕ ਬੜਾ ਕਹਿੰਦੇ ਜੀ ਇੱਧਰ ਉੱਧਰ ਚੱਕ ਕੇ ਸੰਵਿਧਾਨ ਲਿਖਤਾ। ਸੰਵਿਧਾਨ ਲਿਖਣਾ ਆਪਦੇ ਆਪ 'ਚ ਬਹੁਤ ਹੀ ਵੱਡਾ ਕੰਮ ਸੀ, ਇੰਨਾ ਕੁ ਵੱਡਾ ਕਿ ਮਤਲਬ ਹਿੰਦੁਸਤਾਨ ਦੀ ਵੱਡੀ ਗਿਣਤੀ ਇਹਨਾਂ ਦੇ ਐਂਟੀ ਹੋ ਗਈ ਸੀ, ਜਿਹੜੇ ਰਿਫੋਰਮਸ ਇਹਨਾਂ ਨੇ ਸੰਵਿਧਾਨ ਦੇ ਵਿੱਚ ਪੇਸ਼ ਕੀਤੇ ਸੀਗੇ। ਠੀਕ ਹੈ। ਲਾਈਕ ਹਿੰਦੂ ਮੈਰਿਜ ਐਕਟ ਹੈ ਜਾਂ ਹੋਰ ਬਹੁਤ ਸਾਰੇ, ਔਰਤਾਂ ਨੂੰ ਬਰਾਬਰ, ਇਹ ਆਪਾਂ ਇਹ ਸਮਝ ਲੈਂਦੇ ਕਿ ਦਲਿਤਾਂ ਲਈ ਕੰਮ ਕੀਤਾ। ਮੈਂ ਸਮਝਦਾ ਕਿ ਹਰ ਵਰਗ ਲਈ ਸੰਵਿਧਾਨ ਜਿਹੜਾ ਇਹਨਾਂ ਨੇ ਲਿਖਿਆ ਉਹ ਹਰ ਵਰਗ ਨੂੰ ਧਿਆਨ 'ਚ ਰੱਖ ਕੇ ਲਿਖਿਆ ਸੀ। ਤੇ ਲੇਬਰ ਦੇ ਜਿੰਨੇ ਵੀ ਲਾਅ ਹੈ, ਅਸੀਂ ਜੇ ਅੱਜ ਮਤਲਬ ਇਕੁਅਲ ਵਰਕ, ਇਕੁਅਲ ਪੇ, ਛੁੱਟੀਆਂ, ਕੰਮ ਦੇ ਘੰਟੇ ਘੱਟ ਇੰਜੋਏ ਕਰਦੇ ਆ ਤਾਂ ਇੰਡੀਆ ਦੇ ਵਿੱਚ ਖਾਸ ਤੌਰ ਤੇ, ਤਾਂ ਉਹ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਕਰਕੇ ਆ। 14 ਘੰਟੇ ਹੁੰਦੇ ਸੀ ਡੇਲੀ ਦੇ ਕੰਮ ਦੇ। ਠੀਕ ਹੈ। ਇਹ ਭੀਮ ਰਾਓ ਅੰਬੇਦਕਰ ਜੀ ਨੇ ਹਿੰਦੁਸਤਾਨ ਦੇ ਸੰਵਿਧਾਨ ਦੇ ਵਿੱਚ ਉਹਨੂੰ 8 ਘੰਟੇ ਕੀਤਾ ਘਟਾ ਕੇ। ਕਹਿੰਦੇ ਵਰਲਡ ਦੇ ਫਲਾਨੀ ਕੰਟਰੀ ਚੱਲ ਰਿਹਾ, ਅਸੀਂ ਵੀ ਕਰਾਂਗੇ, ਹਨਾ। ਇਹਨਾਂ ਦਾ ਵਿਰੋਧ ਕਰਦੇ ਰਹੇ ਵਿੱਚੋਂ। ਅੱਜ ਉਸ ਟਾਈਮ ਵੀ ਅੰਬਾਨੀ ਵਰਗੇ ਬੰਦੇ ਸੀਗੇ ਵਿੱਚ ਨਾ, ਇੰਡਸਟਰੀਅਲਿਸਟ, ਉਹ ਵੀ ਪਾਵਰ ਰੱਖਦੇ ਸੀ, ਉਹਨਾਂ ਵੱਲੋਂ ਵੀ ਵਿਰੋਧ ਹੋਇਆ। ਜਿਹੜੇ ਫਨੈਟਿਕ ਹਿੰਦੂ ਸੀਗੇ ਉਹਨਾਂ ਨੇ ਬਹੁਤ ਵਿਰੋਧ ਕੀਤਾ, ਫਨੈਟਿਕ ਮੁਸਲਿਮਸ ਨੇ ਵੀ ਵਿਰੋਧ ਕੀਤਾ, ਕਿਉਂਕਿ ਇਹਨਾਂ ਨੇ ਔਰਤਾਂ ਨੂੰ ਜਿਹੜੇ ਹੱਕ ਦਿੱਤੇ, ਤਲਾਕ ਦਾ ਹੱਕ ਸੀਗਾ ਜਾਂ ਬਹੁਤ ਸਾਰੇ ਜਿੰਨੇ ਵੀ ਰਾਈਟਸ, ਪ੍ਰੋਪਰਟੀ ਦੇ ਵਿੱਚ ਹਿੱਸੇ ਦਾ ਰਾਈਟ ਜਾਂ ਹੋਰ, ਉਹ ਸਾਰੇ ਪਾਉਣ ਕਰਕੇ, ਦਲਿਤਾਂ ਨੂੰ ਰਾਈਟਸ ਦੇਣ ਕਰਕੇ ਬਹੁਤ ਸਾਰੇ ਵਰਗ ਇਹਨਾਂ ਦੇ ਖਿਲਾਫ ਵੀ ਖੜੇ ਹੋ ਗਏ, ਹਨਾ। ਤੇ ਹੈਲਥ ਇਹਨਾਂ ਦੀ ਬਹੁਤ ਹੀ ਜ਼ਿਆਦਾ ਡਿਕੇ ਹੋ ਗਈ ਉਸ ਦੌਰਾਨ। ਇਹਨਾਂ ਨੇ ਮਤਲਬ ਸ਼ੂਗਰ, ਡਾਇਬਟੀਜ਼ ਹੋ ਗਈ ਸੀ। ਤਾਂ ਸੰਵਿਧਾਨ ਲਿਖਣ ਦੇ ਦੌਰਾਨ ਵੀ ਇਹ ਬਹੁਤ ਵਾਰ ਆਲਮੋਸਟ ਐਂ ਕਹਿ ਲਓ ਵੀ ਡੈਥ ਬੈੱਡ ਤੇ ਹੀ ਰਹੇ। ਤੇ ਅਲਟੀਮੇਟਲੀ ਫਿਰ ਇਹਨਾਂ ਦੀ 1956 ਦੇ ਵਿੱਚ ਸੰਵਿਧਾਨ ਲਾਗੂ ਹੋਣ ਤੋਂ ਥੋੜੀ ਦੇਰ ਬਾਅਦ ਹੀ ਹਨਾ ਇਹਨਾਂ ਦੀ ਡੈਥ ਹੋ ਜਾਂਦੀ ਹੈ। ਫਿਰ ਜੀ ਮਤਲਬ ਕਮਾਲ ਦੀ ਸ਼ਖਸੀਅਤ, ਕਮਾਲ ਦੀ। ਮਹਿਮਦ ਸਤਾਈ ਮੈਂ ਕਿਹਾ, ਜੇ ਇਹਨਾਂ ਦੀਆਂ ਪੂਰੀਆਂ ਡਿਗਰੀਆਂ ਦੀ ਗੱਲ ਕਰ ਲਈ, ਮਤਲਬ ਬਹੁਤ ਜ਼ਿਆਦਾ ਡਿਗਰੀਆਂ ਇਹਨਾਂ ਨੇ। ਇਹ ਤਾਂ ਕੁਛ ਕੀ ਹੈ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ। ਕਈ ਮਤਲਬ ਹਿੰਦੁਸਤਾਨ ਦੀਆਂ ਸਭ ਤੋਂ ਪੜ੍ਹੀਆਂ ਲਿਖੀਆਂ ਸ਼ਖਸੀਅਤਾਂ ਚੋਂ, ਸਭ ਤੋਂ ਮਾਡਰਨ ਤੇ ਦੁਨੀਆ ਭਰ ਦਾ ਗਿਆਨ ਰੱਖਣ ਵਾਲੀਆਂ ਸ਼ਖਸੀਅਤਾਂ ਚੋਂ ਸੀ ਉਸ ਸਮੇਂ। ਵੈਰੀ ਗੁੱਡ। ਗੁਰਪ੍ਰੀਤ ਵੀਰੇ, ਬਹੁਤ ਵਧੀਆ ਢੰਗ ਦੇ ਨਾਲ ਤੁਸੀਂ ਵੀ ਬਿਆਨ ਕੀਤਾ ਤੇ ਇੱਕ ਤਰ੍ਹਾਂ ਦੇ ਨਾਲ ਤਸਵੀਰ ਘੁੰਮਣ ਲੱਗ ਗਈ ਸੀ ਜਿੱਦਾਂ ਜਿੱਦਾਂ ਤੁਸੀਂ ਗੱਲਾਂ ਬਿਆਨ ਕਰ ਰਹੇ ਸੀ। ਔਰ ਮੈਨੂੰ ਪਤਾ ਇਹ ਕਲਾ ਤੁਹਾਡੇ ਕੋਲ ਹੈ, ਕਿਉਂਕਿ ਤੁਸੀਂ ਜਦੋਂ ਆਪਣੇ ਕੈਨਵਸ ਦੇ ਉੱਪਰ ਇੱਕ ਪੇਂਟਿੰਗ ਦੇ ਰੂਪ ਦੇ ਵਿੱਚ ਜਦੋਂ ਚਿੱਤਰਦੇ ਹੋ ਤਾਂ ਉਹ ਨਰੇਸ਼ਨ ਜਿਹੜੀ ਹੈ ਉਹ ਬੜੀ ਭਲੀ ਭਾਂਤ ਤੁਹਾਡੀ ਇਸ ਗੱਲਬਾਤ ਦੇ ਵਿੱਚੋਂ ਵੀ ਝਲਕ ਰਹੀ ਸੀ। ਸੋ ਤੁਹਾਡਾ ਸਪੈਸ਼ਲ ਥੈਂਕਸ ਕਰਦਾ ਕਿ ਤੁਸੀਂ ਇੰਨੇ ਵਧੀਆ ਤਰੀਕੇ ਦੇ ਨਾਲ ਸਾਡੇ ਲਿਸਨਰਸ ਦੇ ਨਾਲ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦੇ ਬਾਰੇ 'ਚ ਗੱਲਬਾਤ ਕੀਤੀ। ਉਹਨਾਂ ਦੇ ਅੱਜ ਦੇ ਜਨਮ ਦਿਨ ਦੇ ਮੌਕੇ ਦੇ ਉੱਪਰ ਅਸੀਂ ਵੀ ਆਪਣੇ ਪ੍ਰੋਗਰਾਮ ਦੇ ਬਿਹਾਫ ਦੇ ਉੱਪਰ ਜਿੱਥੇ ਉਹਨਾਂ ਨੂੰ ਯਾਦ ਕਰ ਰਹੇ ਹਾਂ, ਉਹਨਾਂ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਸਾਡੇ ਸਾਰੇ ਪਰਿਵਾਰਾਂ ਦੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹ ਗੱਲ ਜਿੱਥੋਂ ਆਪਾਂ ਸ਼ੁਰੂ ਕੀਤੀ ਸੀ ਉਸੇ ਨੋਟ 'ਤੇ ਲਿਜਾ ਕੇ ਹੁਣ ਵਾਈਂਡ ਅਪ ਕਰਾਂਗੇ। ਪਰ ਉਸ ਤੋਂ ਪਹਿਲਾਂ ਮੈਂ ਇੱਕ ਚੀਜ਼ ਹੋਰ ਥੋੜ੍ਹੀ ਜਿਹੀ ਤੁਹਾਡੀ ਇਨਪੁਟ ਲੈਣੀ ਚਾਹਾਂਗਾ। ਜਿਹੜੀ ਤਸਵੀਰ ਤੁਸੀਂ ਬਣਾਈ ਹੈ ਉਹਨੂੰ ਥੋੜ੍ਹਾ ਜਿਹਾ ਬਿਆਨ ਕਰਨਾ ਚਾਹੋ।
ਔਰ ਦੋਸਤੋ ਮੈਂ ਦੱਸ ਦਿੰਦਾ, ਜੇਕਰ ਤੁਸੀਂ ਉਹ ਤਸਵੀਰ ਦੇਖਣੀ ਹੋਈ ਸਾਡੀ ਗੱਲਬਾਤ ਦੇ ਦੌਰਾਨ, ਜੇਕਰ ਹੁਣ ਵੀ ਦੇਖ ਸਕਦੇ ਹੋ, ਸਾਡੇ ਹਰਜਿੰਦਰ ਗਿੱਲ ਸ਼ੋਅ ਦੇ ਪੇਜ 'ਤੇ ਜਦੋਂ ਜਾਓਗੇ ਤਾਂ ਉੱਥੇ ਅਸੀਂ ਗੁਰਪ੍ਰੀਤ ਹੋਰਾਂ ਦੀ ਬਣਾਈ ਹੋਈ ਉਹ ਤਸਵੀਰ ਸਾਂਝੀ ਕੀਤੀ ਹੈ, ਤੁਸੀਂ ਉਹ ਵੀ ਦੇਖ ਸਕਦੇ ਹੋ। ਅਤੇ ਜੇ ਹੁਣ ਕੰਫਰਟੇਬਲ ਹੋ, ਹੁਣ ਦੇਖ ਸਕਦੇ ਹੋ। ਜੇ ਡਰਾਈਵ ਕਰਦੇ ਹੋ ਤਾਂ ਮੈਂ ਬੇਨਤੀ ਕਰਾਂਗਾ ਖੇਚਲ ਨਾ ਕਰਿਓ, ਪਰ ਜੇ ਦੇਖ ਸਕਦੇ ਹੋ ਹਰਜਿੰਦਰ ਗਿੱਲ ਸ਼ੋਅ ਰਮਜ਼ ਪੰਜਾਬੀ ਸਾਡਾ, ਇੱਕ ਤਾਂ ਪੇਜ ਲਾਈਕ ਜ਼ਰੂਰ ਕਰ ਲਿਓ, ਅਤੇ ਇੱਕ ਉਹਦੇ 'ਤੇ ਜਦੋਂ ਜਾਓਗੇ ਤਾਂ ਮੈਂ ਹੁਣ ਗੁਰਪ੍ਰੀਤ ਹੋਰਾਂ ਤੋਂ ਥੋੜ੍ਹੀ ਜਿਹੀ ਰਿਕੁਐਸਟ ਕਰਦਾ ਕਿ ਜੇ ਇਹਨੂੰ ਬਿਆਨ ਕਰਨਾ ਹੋਵੇ, ਤੁਸੀਂ ਕੀ ਦੱਸਣਾ ਚਾਹੁੰਦੇ ਹੋ ਉਸ ਤਸਵੀਰ ਦੇ ਵਿੱਚ? ਇਹ ਨਾ ਰਾਤ ਮੈਂ ਮਤਲਬ ਪੂਰੀ ਰਾਤ ਬਣਾਈ, 10-11 ਵਜੇ ਲੱਗਿਆ, ਤੜਕੇ 4 ਵਜੇ ਤੱਕ ਪਿੰਡ ਸੀ। ਅੱਛਾ। ਮਹਾਤਮਾ ਬੁੱਧ, ਜਿਵੇਂ ਤੁਹਾਨੂੰ ਪਤਾ ਵੀ ਇਹਨਾਂ ਨੇ ਅਖੀਰ ਤੇ ਜਾ ਕੇ ਬੁੱਧ ਧਰਮ ਵੀ ਅਪਣਾ ਲਿਆ ਸੀ। ਹਾਂਜੀ। ਤੇ ਆਪਣੇ ਮਤਲਬ ਇਹ ਕਹਿ ਲਓ ਲੱਖਾਂ ਜਿਹੜੇ ਫੋਲੋਅਰ ਸੀ ਉਹਨਾਂ ਨਾਲ ਇਕੱਠੇ ਹੀ ਮਾਸ ਨੰਬਰ 'ਚ ਇਹਨਾਂ ਨੇ ਧਰਮ ਪਰਿਵਰਤਨ ਕੀਤਾ ਸੀ। ਹਾਂਜੀ। ਉਹਦਾ ਕਾਰਨ ਹੀ ਇਹ ਸੀ ਕਿ ਮਹਾਤਮਾ ਬੁੱਧ ਪਹਿਲੇ ਵਿਅਕਤੀ ਹੋਏ ਆ ਹਨਾ, ਤੇ ਜਿਨ੍ਹਾਂ ਨੇ ਬਹੁਤ ਰੈਵੋਲੂਸ਼ਨਾਈਜ਼ ਕੀਤਾ ਤੇ ਜਾਤੀ ਪ੍ਰਥਾ ਨੂੰ ਬਿਲਕੁਲ ਤੋੜ ਕੇ ਰੱਖਤਾ ਸੀ ਉਸ ਟਾਈਮ। ਹਾਂਜੀ। ਠੀਕ ਹੈ। ਤੇ ਇਸ ਕਰਕੇ ਇਹ ਇਹਨਾਂ ਨੇ ਉਹਨਾਂ ਦੇ ਧਰਮ ਨੂੰ ਅਪਣਾਇਆ ਸੀ। ਤੇ ਇਹ ਕਿਉਂਕਿ ਉਹ ਤਕੜੇ ਪਹਿਲੇ ਰਿਫੋਰਮਰ ਸੀ, ਇਸ ਕਰਕੇ ਮੈਂ ਉਹਨਾਂ ਦਾ ਸਭ ਤੋਂ ਉੱਪਰ ਰੱਖਿਆ ਤਸਵੀਰ 'ਚ। ਠੀਕ ਹੈ। ਥੱਲੇ ਉਦੋਂ ਬਾਅਦ ਜੋਤੀ ਰਾਓ ਫੂਲੇ ਇਹਨਾਂ ਨੇ ਖੁਦ ਅੰਬੇਦਕਰ ਜੀ ਨੇ ਵੀ ਕਿਹਾ ਮੇਰੇ 3 ਗੁਰੂ ਹੈ, ਮਹਾਤਮਾ ਬੁੱਧ, ਜੋਤੀ ਰਾਓ ਫੂਲੇ ਤੇ ਕਬੀਰ ਜੀ। ਤਾਂ ਜੋਤੀ ਰਾਓ ਫੂਲੇ ਨੇ ਵੀ ਅੰਬੇਦਕਰ ਹੋਣਾ ਵਾਂਗੂ ਹੀ ਬਹੁਤ ਮਾਸ ਲੈਵਲ ਤੇ ਮੂਵਮੈਂਟ ਖੜੀ ਕੀਤੀ ਸੀਗੀ। ਇਨਫੈਕਟ ਪਹਿਲਾ ਇੰਡੀਜੀਨਸ ਲੇਡੀਜ਼ ਜਿਹੜਾ ਗਰਲ ਸਕੂਲ ਸੀਗਾ, ਕੁੜੀਆਂ ਨੂੰ ਪੜ੍ਹਨ ਦੀ ਇਜਾਜ਼ਤ ਨਹੀਂ ਸੀ ਸਕੂਲ ਦੇ ਵਿੱਚ, ਤੇ ਖਾਸ ਤੌਰ ਤੇ ਜਿਹੜੀਆਂ ਦਲਿਤ ਲੜਕੀਆਂ ਸੀਗੀਆਂ ਉਹ ਤਾਂ ਉਹਨਾਂ ਨੂੰ ਪੈਰਾਂ 'ਚ ਚੱਪਲ ਵੀ ਨਹੀਂ ਸੀ ਪਾਉਣ ਦੀ ਇਜਾਜ਼ਤ, ਨੰਗੇ ਪੈਰ ਰਹਿਣਾ ਹੁੰਦਾ ਸੀ। ਸਾੜੀ ਵੀ ਇੱਕ ਖਾਸ ਕਿਸਮ ਦੇ ਢੰਗ ਨਾਲ ਬੰਨਣ ਦੀ ਉਹ ਸੀਗੀ ਕਿ ਬੰਨਣੀ ਹੈ ਨਾ। ਤਾਂ ਜੋਤੀ ਰਾਓ ਫੂਲੇ ਉਹਨਾਂ ਨੇ ਜਿਹੜਾ ਯੋਗਦਾਨ ਪਾਇਆ, ਉਸ ਕਰਕੇ ਮੈਂ ਉਹਨਾਂ ਦਾ ਉੱਪਰ ਦਿਖਾਇਆ। ਫਿਰ ਉਹਨਾਂ ਨੂੰ ਬਰਿਸਟਰ ਦੇ ਰੂਪ 'ਚ ਦਿਖਾਇਆ ਅੰਬੇਦਕਰ ਜੀ ਨੂੰ, ਕਿਉਂਕਿ ਇੱਕ ਮਨੁੱਖੀ ਅਧਿਕਾਰਾਂ ਦੇ ਬਰਿਸਟਰ ਦੇ ਰੂਪ 'ਚ ਹੱਥ 'ਚ ਕਿਤਾਬ ਤੇ ਉਂਗਲ ਨਿਰਭੈ ਹੋ ਕੇ ਉੱਪਰ ਚੱਕੀ ਹੋਈ ਹੈ। ਤੇ ਪਿਛਲੇ ਪਾਸੇ ਚੱਕਰ ਹੈ, ਅਸ਼ੋਕ ਚੱਕਰ ਜਿਹਨੂੰ ਕਹਿ ਦਿੰਦੇ ਆਪਾਂ, ਪਰ ਅਸਲ 'ਚ ਉਹ ਬੁੱਧ ਦਾ ਧੰਮਾਂ ਦਾ ਚੱਕਰ ਹੈ। ਜਿਹੜਾ ਕਿ ਬੁੱਧ ਨੇ ਆਪਣੇ ਜਦੋਂ ਪਹਿਲਾ ਸਰਮਨ ਦਿੱਤਾ ਨਾ, ਉਦੋਂ ਉਹਨਾਂ ਨੇ ਕਿਹਾ ਸੀ ਕਿ ਮੇਰੇ ਧੰਮਾ ਮਤਲਬ ਧਰਮ ਦਾ ਚੱਕਰ ਫੈਲਾਓ। ਉਹਨਾਂ ਦਾ ਮਤਲਬ ਇਹ ਨਹੀਂ ਸੀ ਕਿ ਮੇਰੇ ਧਰਮ ਦੇ ਫੋਲੋਅਰਸ ਬਣਾਓ। ਧਰਮ ਦਾ ਅਰਥ ਉਹਨਾਂ ਦਾ ਸੀਗਾ ਜਿਹੜੀ ਮੋਰਲ ਐਜੂਕੇਸ਼ਨ ਤੋਂ ਨਾ, ਕਿ ਅਸੀਂ ਬ੍ਰਾਹਮਣਵਾਦ ਚੋਂ, ਜਾਤੀਵਾਦ ਚੋਂ, ਇਹਨਾਂ ਸਾਰੀਆਂ ਚੀਜ਼ਾਂ ਚੋਂ ਨਿਕਲ ਕੇ ਅਸੀਂ ਜ਼ਿੰਦਗੀ ਦੇ ਸੱਚ ਨੂੰ ਸਮਝੀਏ। ਤਾਂ ਉਹ ਚੱਕਰ ਕਿਉਂਕਿ ਇਹਨਾਂ ਨੇ ਕੰਟੀਨਿਊ ਕੀਤਾ, ਪਰਸਨੈਲਿਟੀਜ਼ ਨੇ, ਇਸ ਲਈ ਉਹ ਚੱਕਰ ਪਿੱਛੇ ਹੈ। ਥੱਲੇ ਫਿਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦਾ ਚਿਹਰਾ ਵੱਡੇ ਰੂਪ 'ਚ ਬਣਾਇਆ। ਉਹਨਾਂ ਦੇ ਦੋਨੇ ਪਾਸੇ 2 ਸ਼ੇਰ, ਜਿਹੜੇ ਸ਼ੇਰਾਂ ਦੇ ਫੇਸ ਹਲਕੇ ਧੁੰਦਲੇ ਪਿੱਛੇ ਦਿਖਦੇ ਆ, ਜਿਹਦੇ ਵਿੱਚ ਜਿਹੜੇ ਕਿ ਮਤਲਬ ਉਹ ਵੀ ਸਾਡਾ ਜਿਹੜਾ ਨੈਸ਼ਨਲ ਸਿੰਬਲ ਹੈ ਇੰਡੀਆ ਦਾ, ਉਸ ਚੋਂ ਲੱਤੇ ਆ। ਉਹ ਵੀ ਅਸਲ 'ਚ ਅਸ਼ੋਕ ਪੀਰੀਅਡ ਦੇ ਅਸ਼ੋਕਾ ਪਿੱਲਰ ਦਾ ਕੈਪੀਟਲ ਹੈ, ਟੌਪ ਦਾ ਹਿੱਸਾ ਅਸ਼ੋਕਾ ਪਿੱਲਰ ਦਾ, ਜਿਹਦੇ 'ਚ ਇਹ ਸੀ ਕਿ ਬੁੱਧ ਦਾ ਜਿਹੜਾ ਜਾਂ ਮਤਲਬ ਜਿਹੜਾ ਸੱਚ ਦਾ ਸੰਦੇਸ਼ ਹੈ ਉਹ ਚਾਰੇ ਦਿਸ਼ਾਵਾਂ 'ਚ ਨਿਰਭੈ ਹੋ ਕੇ ਫੈਲੇ ਹਨਾ, ਇਸ ਲਈ ਸ਼ੇਰ ਸੀਗੇ। ਤੇ ਉਹਨਾਂ 'ਚੋਂ ਇੱਕ ਸੈਂਟਰ ਚਿਹਰਾ ਨਹੀਂ, ਉਹ ਸੈਂਟਰ ਚਿਹਰੇ ਦੀ ਥਾਂ ਤੇ ਹੀ ਇਹਨਾਂ ਦਾ ਚਿਹਰਾ ਉਹਦਾ ਇੱਕ ਸ਼ੇਰ ਵਾਂਗੂ ਹੀ ਕੰਮ ਕੀਤਾ। ਇੱਕ ਸਾਈਡ ਤੇ ਸੰਵਿਧਾਨ ਦੀ ਥੋੜੀ ਜਿਹੀ ਕਿਤਾਬ ਨਜ਼ਰ ਆਉਂਦੀ ਹੈ ਤੇ ਇੱਕ ਸਾਈਡ ਤੇ ਕਾਨੂੰਨ ਦੀ ਉਹ ਨਜ਼ਰ ਆਉਂਦੀ ਹੈ ਹਨਾ। ਤਾਂ ਇਸ ਤਰ੍ਹਾਂ ਕੰਪਲੀਟ ਇੱਕ ਪੇਂਟਿੰਗ 'ਚ ਉਹਨਾਂ ਦੀ ਪਰਸਨੈਲਿਟੀ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਸੀ। ਬਹੁਤ ਖੂਬ, ਬਹੁਤ ਖੂਬ। ਸੋ ਦੋਸਤੋ ਮੈਂ ਇੱਕ ਵਾਰ ਫਿਰ ਰਿਕੁਐਸਟ ਕਰਦਾ, ਅਗਰ ਇਹ ਤਸਵੀਰ ਦੇਖਣੀ ਹੋਈ, ਜਿੱਥੇ ਅਫਕੋਰਸ ਤੁਸੀਂ ਗੁਰਪ੍ਰੀਤ ਬਠਿੰਡਾ ਹੋਰਾਂ ਦੇ ਪਰਸਨਲ ਅਕਾਊਂਟਸ 'ਤੇ ਜਾ ਕੇ ਵੀ ਦੇਖ ਸਕਦੇ ਹੋ, ਤਾਂ ਉੱਥੇ ਸਾਡੇ ਪੇਜ ਦੇ ਉੱਪਰ ਵੀ ਜਾਓਗੇ ਤਾਂ ਅਸੀਂ ਇਹਨਾਂ ਦੀ ਉਹ ਤਸਵੀਰ ਨੂੰ, ਅੱਜ ਦੀ ਸਾਡੀ ਜਿਹੜੀ ਸਪੈਸ਼ਲ ਪੋਸਟ ਹੁੰਦੀ ਸਾਡੀ ਡੇਲੀ ਬੇਸਿਸ 'ਤੇ ਕਿਸੇ ਨਾ ਕਿਸੇ ਪਰਸਨੈਲਿਟੀ ਬਾਰੇ ਜਾਂ ਦਿਨ ਬਾਰੇ ਅਸੀਂ ਸਾਂਝੀ ਕਰੀ ਦੀ ਹੈ, ਤਾਂ ਉਹ ਵੀ ਅਸੀਂ ਸਾਂਝੀ ਕੀਤੀ ਹੋਈ ਹੈ, ਉਹਨੂੰ ਵੀ ਦੇਖ ਸਕਦੇ ਹੋ। ਅਤੇ ਗੁਰਪ੍ਰੀਤ ਵੀਰੇ ਬਹੁਤ ਧੰਨਵਾਦ ਇੱਕ ਵਾਰ ਫਿਰ। ਅਤੇ ਹੁਣ ਆਪਣੇ ਵੈਸੇ 2-3 ਕਾਲਸ ਇਸ ਵੇਲੇ ਹੋਲਡ 'ਤੇ ਆ, ਮੈਂ ਜ਼ਰੂਰ ਕੋਸ਼ਿਸ਼ ਕਰ ਲੈਂਦਾ। ਆਪਾਂ ਵੈਸੇ ਕਾਫੀ ਡਿਟੇਲ ਜਾਣਕਾਰੀ ਤੁਸੀਂ ਸਾਂਝੀ ਕਰਤੀ ਹੈ, ਪਰ ਮੈਂ ਕਾਲਰਸ ਨੂੰ ਵੀ ਔਨ ਏਅਰ ਲੈ ਲੈਂਦੇ ਹਾਂ, ਆਪਾਂ ਦੇਖ ਲੈਂਦੇ ਕੀ ਕਹਿੰਦੇ ਆ। ਹਾਂਜੀ 0340 ਤੁਸੀਂ ਆਉਂਦੇ ਰਹੋ ਜੀ। ਹਾਂਜੀ, ਸਤਿ ਸ੍ਰੀ ਅਕਾਲ ਗਿੱਲ ਸਾਹਿਬ। ਹਾਂਜੀ ਵਰਕ ਸਾਹਿਬ, ਸਤਿ ਸ਼੍ਰੀ ਅਕਾਲ।
ਗੁਰਪ੍ਰੀਤ ਜੀ, ਤੁਹਾਨੂੰ ਵੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ। ਮੈਂ ਸੁਣਦਾ ਸੀ ਤੁਹਾਡਾ ਟਾਕ, ਬਹੁਤ ਆਰਥਿਕ ਭਰਪੂਰ ਤੇ ਜਾਣਕਾਰੀ ਦੇ ਮੁਤਾਬਕ ਸੀ, ਜਿਹੜੀ ਕਿ ਇਹਨਾਂ ਦਾ ਮੈਂ ਗਿਲ ਸਾਹਿਬ ਦਾ ਧੰਨਵਾਦ ਕਰਦਾ ਕਿ ਤੁਹਾਨੂੰ ਉੱਥੋਂ ਲਿਆ ਕੇ ਏਡਾ ਵਧੀਆ ਜਿਹੜੇ ਟੌਪਿਕ ਬਾਰੇ ਬੇਸਿਕ ਤੋਂ ਲੈ ਕੇ ਹੁਣ ਤੱਕ ਜਾਣਦੇ ਹੋ ਤੁਸੀਂ, ਬੜੀ ਡਿਟੇਲ ਦੇ ਵਿੱਚ ਉਹਨਾਂ ਬਾਰੇ ਦੱਸਿਆ। ਜੀ ਜੀ ਜੀ। ਬਾਕੀ ਪਤਾ ਤਾਂ ਹੋ ਸਕਦਾ ਸਭ ਕੁਛ ਵੀ, ਦੇਖੋ ਜਿਵੇਂ ਮੋਟੀ ਜੀ ਗੱਲ ਹੈ, ਕੰਸਟੀਟਿਊਸ਼ਨ ਬਣਾਇਆ ਉਹਨਾਂ ਨੇ, ਬਹੁਤ ਵੱਡਾ ਏਡਾ ਵੱਡਾ ਕੰਮ ਕੀਤਾ, ਜਿਹੜਾ ਕਰਕੇ ਪਹਿਲਾਂ ਕਹਿੰਦੇ ਸੀ ਦੇਸ਼ਾਂ ਦੀ ਨਕਲ ਕਰ ਲਈ, ਮੁੜ ਕੇ ਜਾ ਕੇ ਪਤਾ ਲੱਗਾ। ਚਲੋ ਉਹ ਦਾ ਵਾਟਸ ਐਵਰ ਇਟ ਇਜ਼। ਦੇਖੋ ਜੀ, ਇਹਨਾਂ ਨੂੰ ਫਰੋਮ ਦਾ ਵੈਰੀ ਬਿਗਨਿੰਗ, ਮੇਰੇ ਸਵਾਲ ਦਾ ਜਵਾਬ ਦਿਓ ਤੁਸੀਂ ਕਿ ਫਰੋਮ ਦਾ ਵੈਰੀ ਬਿਗਨਿੰਗ ਇਹਨਾਂ ਨੂੰ ਹਿੰਦੂ ਧਰਮ ਨਾਲ ਸੀ ਵੀ ਜਿਹੜੇ ਡਾਊਨ ਟ੍ਰੋਡਨ ਸੀ ਇਹਨਾਂ ਨਾਲ ਬਹੁਤ ਬੁਰਾ ਵਿਵਹਾਰ ਕੀਤਾ ਜਾਂਦਾ ਸੀ। ਜੀ ਜੀ ਜੀ, ਉਹ ਤੁਸੀਂ ਡਿਟੇਲ 'ਚ ਦੱਸਿਆ। ਇਹਨਾਂ ਦੇ ਦਿਲ 'ਚ ਇੱਛਾ ਸੀ ਕਿ ਮੈਂ ਇਸ ਚੀਜ਼ ਦੇ ਵਿੱਚ ਸੁਧਾਰ ਲਿਆਵਾਂ। ਕੁਦਰਤ ਨੇ ਇਹਨਾਂ ਨੂੰ ਬਹੁਤ ਵੱਡਾ ਗਹਿਣਾ ਦਿੱਤਾ, ਇੰਟੈਲੀਜੈਂਟ ਬਣਾ ਦਿੱਤਾ। ਜੀ ਜੀ, ਇੰਟੈਲੀਜੈਂਸ ਦਾ ਆਲ ਰਾਊਂਡ ਦੇ ਉੱਤੇ, ਇੱਕ ਪਾਸੇ ਨਹੀਂ, ਆਲ ਰਾਊਂਡ ਦੇ ਵਿੱਚ। ਤੇ ਫਿਰ ਗਾਂ ਇਹਨਾਂ ਦੇ ਵਿੱਚ ਇੱਕ ਮੁੱਦਾ ਵੀ ਸੀ ਕਿ ਮੈਂ ਕੁਛ ਕਰਾਂ। ਉਸ ਕਰਨ ਵਾਸਤੇ ਇਹਨਾਂ ਨੇ ਪੜ੍ਹਾਈ ਤੋਂ ਲੈ ਕੇ, ਤਰੱਦਦ ਤੋਂ ਲੈ ਕੇ ਸਭ ਕੁਝ ਝੱਲਣ ਤੋਂ ਬਾਵਜੂਦ ਵੀ ਕੀਤਾ। ਜਦੋਂ ਦੇਖੋ ਕੰਸਟੀਟਿਊਸ਼ਨ ਤੱਕ ਹੋਇਆ ਸੀ, ਇਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਸੀ ਪੋਲੀਟੀਕਲ ਪਾਵਰ ਤੋਂ ਬਿਨਾਂ ਜਾਂ ਜਿਨ੍ਹਾਂ ਚਿਰ ਸਰਕਾਰ ਦੇ ਵਿੱਚ ਨਾ ਹੋਵੇ, ਅਸੀਂ ਕਿਸੇ ਵੀ ਡਾਊਨ ਟ੍ਰੋਡਨ ਉੱਤੇ ਨਹੀਂ ਲਿਆ ਸਕਦੇ ਜਾਂ ਕਿਸੇ ਸਮਾਜ ਨੂੰ ਉੱਤੇ ਨਹੀਂ ਲਿਆ ਸਕਦੇ। ਉਹਦੇ ਵਿੱਚ ਵੀ ਆ ਗਏ। ਹੁਣ ਇਹਨਾਂ ਨੇ ਦੇਖੋ ਦੋ ਚੀਜ਼ਾਂ ਜਿਹੜੀਆਂ ਆਮ ਚੱਲਦੀਆਂ ਸੀ, ਪਹਿਲਾਂ ਤਾਂ ਕਹਿੰਦੇ ਵੀ ਸਿੱਖ ਧਰਮ ਅਡੋਪਟ ਕਰਨ ਵਾਸਤੇ ਇਹਨੇ ਕੀਤਾ। ਮੇਰਾ ਖਿਆਲ ਹੈ ਗੁਰੂ ਗ੍ਰੰਥ ਸਾਹਿਬ ਇਹਨਾਂ ਨੇ ਚੰਗੀ ਤਰ੍ਹਾਂ ਸਟੱਡੀ ਕੀਤਾ ਹੋਣਾ, ਇੰਟੈਲੀਜੈਂਟ ਬੰਦਾ ਹੋਇਆ ਤਾਂ। ਜੀ ਜੀ, ਉਹਦੇ ਚ ਉਹਨਾਂ ਨੂੰ ਪਤਾ ਲੱਗਾ ਹੋਣਾ ਵੀ ਕਿ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ, ਇਹ ਡਿਟੇਲ ਦੇ ਵਿੱਚ ਕਿਸੇ ਮਾਨਸ ਦੇ ਪ੍ਰਤੀ ਵੀ ਇਹੋ ਜਿਹਾ ਵਤੀਰਾ ਨਹੀਂ ਕਰਦਾ ਕਿ ਉਹ ਨੀਵਾਂ ਉੱਚਾ ਜਾਂ ਕਿਸ ਤਰ੍ਹਾਂ ਨਹੀਂ। ਜੀ ਜੀ, ਕਿਉਂਕਿ ਉਦੋਂ ਮੇਰਾ ਖਿਆਲ ਵੀ ਸਿੱਖ ਧਰਮ ਦੇ ਵਿੱਚ ਤਾਂ ਏਡਾ ਵੱਡਾ ਲੀਡਰ ਕੋਈ ਨਹੀਂ, ਕਿਉਂਕਿ 1925 ਤੱਕ ਤੁਸੀਂ ਦੇਖਦੇ ਹੋ ਇਹਨਾਂ ਲੋਕਾਂ ਵਿਚਾਰਿਆਂ ਗਰੀਬਾਂ ਦੇ ਪ੍ਰਸ਼ਾਦ ਵੀ ਨਹੀਂ ਸੀ ਲਏ ਜਾਂਦੇ ਅੰਮ੍ਰਿਤਸਰ ਜੀ। ਜਿਹੜਾ ਉਸ ਤੋਂ ਬਾਅਦ 25 ਤੱਕ ਲਾ ਲਓ, ਤੇ ਜਦੋਂ ਦੇਖ ਲਓ ਉਦੋਂ ਜਨਮ ਜਦੋਂ ਇਹਨਾਂ ਦਾ ਹੋ ਚੁੱਕਾ ਸੀ ਤਕਰੀਬਨ, ਹੁਣ ਤਾਂ 31 ਸਾਲ ਹੋ ਗਏ, 130 ਸਾਲ ਹੋ ਗਏ। ਤੇ ਮਤਲਬ ਇਹ ਸਿੱਖ ਧਰਮ ਨੂੰ ਅਡੋਪਟ ਕਰਨ ਲੱਗਿਆ ਕਿ ਇਹਨਾਂ ਸਿੱਖਾਂ ਨੂੰ ਇਹ ਮਤਲਬ ਮਨ ਦੇ ਵਿੱਚ ਹੋ ਗਿਆ ਕਿ ਇੰਟੈਲੀਜੈਂਟ ਬੰਦਾ ਸਾਡੇ ਵਿੱਚ ਆ ਗਿਆ, ਤੇ ਜਿਹੜੇ ਸਾਡੇ ਅਸੀਂ ਗੋਗੜਾਂ ਫਲਾਈਆਂ ਨੇ ਵੀ ਸਾਡੀਆਂ ਗੋਗੜਾਂ ਦਾ ਘਟ ਜਾਣਗੀਆਂ। ਤੇ ਇਹ ਹੋ ਸਕਦਾ ਵੀ ਸਿੱਖ ਧਰਮ ਨੂੰ, ਕਿਉਂਕਿ ਉਹਨਾਂ ਦਾ ਆਪਣਿਆਂ ਗੋਗੜਾਂ ਨਾਲ ਸੀ, ਸਿੱਖ ਧਰਮ ਨੂੰ ਫੈਲਾਉਣ ਬਾਰੇ ਕੁਝ ਨਹੀਂ ਸੀ। ਤੇ ਇਹਨਾਂ ਨੇ ਮਤਲਬ ਜਿਹੜਾ ਆਪਣੀ ਸਵਾਲ ਨੂੰ ਚੁੱਕਣਾ ਸੀ ਤਾਂ ਉਹਨਾਂ ਸਿੱਖ ਧਰਮ ਨੂੰ ਨਾਲ ਵੀ ਚੁੱਕਣਾ ਸੀ। ਜੀ ਵਿਰਕ ਸਾਹਿਬ ਪਲੀਜ਼ ਬਰੀਫ ਕਰ ਲਈਏ ਆਪਾਂ ਥੋੜੀ ਜਿਹੀ ਗੱਲ। ਹਾਂਜੀ ਹਾਂ, ਇੱਕ ਮਿੰਟ ਮੈਂ ਕਰ ਦਿੰਦਾ। ਹਾਂਜੀ, ਅੱਛਾ, ਫਿਰ ਇੱਥੋਂ ਇਹਨਾਂ ਨੂੰ ਮਤਲਬ ਇਹ ਕਾਰਨ ਕੀ ਸੀ ਕਿ ਪਿੱਛੇ ਹਟ ਗਏ ਜਾਂ ਇਹਨਾਂ ਨੂੰ ਹਟਾਇਆ ਗਿਆ? ਦੂਜਾ, ਫਿਰ ਇਹਨਾਂ ਨੇ ਮਤਲਬ ਬੁੱਧ ਧਰਮ ਨੂੰ ਅਡੋਪਟ ਸੈਕਿੰਡ ਨੰਬਰ ਤੇ ਜਾ ਕੇ ਕੀਤਾ, ਇਹਦਾ ਕਾਰਨ ਕੀ ਸੀ ਬਣਿਆ? ਠੀਕ ਹੈ ਸਰ। ਹਾਂਜੀ, ਅਸਲ ਦੇ ਵਿੱਚ ਨਾ ਉਦੋਂ ਠੀਕ ਹੈ ਵਿਰਕ ਸਾਹਿਬ, ਤੁਸੀਂ ਆਫ ਦੀ ਏਅਰ ਸੁਣ ਲਿਓ ਜੀ। ਹਾਂਜੀ ਹਾਂਜੀ, ਥੈਂਕ ਯੂ ਵਿਰਕ ਸਾਹਿਬ, ਬਹੁਤ ਸ਼ੁਕਰੀਆ। ਜਦੋਂ ਇਹਨਾਂ ਨੇ ਅਨਾਊਂਸ ਕੀਤਾ ਨਾ ਕਿ ਅਸੀਂ ਜੇ ਸਾਨੂੰ ਰਾਈਟ ਸਹੀ ਨਹੀਂ ਮਿਲ ਰਹੇ ਹੈਗੇ ਤੇ ਅਸੀਂ ਨਾ, ਮੈਂ ਆਪਣੇ ਸਾਰੇ ਫੋਲੋਅਰਸ ਨਾਲ ਧਰਮ ਪਰਿਵਰਤਨ ਕਰ ਲੈਣਾ। ਠੀਕ ਹੈ। ਤੇ ਜਦੋਂ ਇਹਨਾਂ ਨੇ ਇਹ ਕਿਹਾ ਤਾਂ ਸਾਰਿਆਂ ਨੂੰ ਇੰਟਰਸਟ ਜਾਗ ਗਿਆ ਹਨਾ ਕਿ ਅਸੀਂ ਇਹਨਾਂ ਨੂੰ ਕਰਾਈਏ, ਆਪਦੇ ਆਪ 'ਚ ਅਨੈਕਸ ਕਰੀਏ। ਹਾਂਜੀ। ਤੇ ਫਿਰ ਇਹਨਾਂ ਕੋਲੇ ਸਾਰਿਆਂ ਨੇ ਅਪਰੋਚ ਕੀਤੀ। ਇਹਨਾਂ ਕੋਲੇ ਕ੍ਰਿਸਚਨਸ ਵੀ ਗਏ ਆ, ਠੀਕ ਹੈ, ਤੇ ਇਹਨਾਂ ਕੋਲੇ ਜਿਹੜੇ ਸਿੱਖ ਲੀਡਰਸ ਵੀ ਗਏ ਆ। ਤੇ ਆਪਣੇ ਸਿੱਖ ਲੀਡਰਸ ਇੱਕ ਪੂਰਾ ਮਤਲਬ ਗਰੁੱਪ ਬਣਾ ਕੇ ਗਏ ਸੀ ਕਿ ਤੁਸੀਂ ਸਾਨੂੰ ਜੁਆਇਨ ਕਰਵਾਓ, ਸਾਡੇ ਧਰਮ ਨੂੰ ਜੁਆਇਨ ਕਰੋ। ਬਟ ਇਹਨਾਂ ਨੇ ਨਾ ਖੁਦ, ਜਿਵੇਂ ਇਹਨਾਂ ਨੇ ਗੱਲ ਕੀਤੀ ਕਿ ਇੰਟੈਲੀਜੈਂਟ ਬੰਦੇ ਤਾਂ ਸੀਗੇ, ਇਹਨਾਂ ਨੇ ਨਾ ਪਹਿਲਾਂ ਸਾਰਾ ਸਟੱਡੀ ਕਰਵਾਇਆ ਸਿਸਟਮ। ਇਹਨਾਂ ਨੂੰ ਇਹ ਵੀ ਪਤਾ ਲੱਗਿਆ ਕਿ ਮੁਸਲਿਮ ਰਿਲੀਜਨ ਦੇ ਵਿੱਚ ਵੀ ਕਿਤੇ ਨਾ ਕਿਤੇ ਹਜੇ ਜਾਤ ਪਾਤ ਪਈ ਹੈ, ਸ਼ੀਆ ਸੁੰਨੀ ਵਾਲਾ ਸਿਸਟਮ ਵੀ ਹੈ ਤੇ ਵੈਸੇ ਵੀ ਜਾਤ ਪਈ ਹੈ। ਤੇ ਸਿੱਖ ਰਿਲੀਜਨ ਨੂੰ, ਜਦੋਂ ਇਹਨਾਂ ਨੇ ਸਿੱਖ ਰਿਲੀਜਨ ਨੂੰ, ਤਾਂ ਇਹਨਾਂ ਨੂੰ ਵਧੀਆ ਲੱਗਿਆ ਕਿ ਸਿੱਖ ਜਿਹੜਾ ਜੋ ਗੁਰੂ ਸਾਹਿਬ ਹੁਣਾਂ ਨੇ ਲਿਖਿਆ, ਪਰ ਜਿਹੜੀ ਜਿਵੇਂ ਅਪਲਾਈ ਕੀਤਾ ਗਿਆ ਸੀਗਾ ਪੰਜਾਬ ਦੇ ਵਿੱਚ, ਇਹਨਾਂ ਨੇ ਸਟੱਡੀ ਕੀਤਾ ਜਾਤੀ ਸਿਸਟਮ, ਤੇ ਉਹੀ ਹਾਲ ਪੰਜਾਬ ਦੇ ਵਿੱਚ ਸੀਗਾ।
ਸਿੱਖ ਧਰਮ ਨੂੰ ਮੰਨਣ ਵਾਲਿਆਂ 'ਚ ਵੀ ਉਹੀ ਹਾਲ ਸੀਗਾ। ਉਹਨਾਂ ਨੇ ਗੁਰੂ ਸਾਹਿਬ ਦੀ ਤਾਂ ਮੰਨੀ ਨਹੀਂ ਨਾ, ਗੁਰੂ ਸਾਹਿਬ ਨੂੰ ਮੰਨਿਆ, ਇਕੱਲਾ ਗੁਰੂ ਸਾਹਿਬ ਦੀ ਤਾਂ ਮੰਨੀ ਨਹੀਂ ਹੋਈ। ਤੇ ਇਹਨਾਂ ਨੂੰ ਲੱਗਿਆ ਕਿ ਨਹੀਂ, ਉੱਥੇ ਜਾ ਕੇ ਵੀ ਕੰਡੀਸ਼ਨ ਤਾਂ ਇਹੀ ਰਹਿਣੀ ਹੈ। ਫਿਰ ਇਹਨਾਂ ਨੂੰ ਬੁੱਧਿਜ਼ਮ ਸਿਰਫ ਲੱਗਿਆ ਕਿ ਬੁੱਧਿਜ਼ਮ ਦੇ ਵਿੱਚ ਜਾਤ ਪ੍ਰਥਾ, ਜਾਤੀ ਪ੍ਰਥਾ ਪ੍ਰੈਕਟਿਸ ਦੇ ਵਿੱਚ ਨਹੀਂ ਹੈਗੀ। ਹੁਣ ਸਿੱਖ ਧਰਮ ਦੇ ਵਿੱਚ ਗੱਲ ਇਹ ਹੈ ਕਿ ਜਾਤੀ ਪ੍ਰਥਾ ਤਾਂ ਹੈ ਨਹੀਂ। ਹਾਂਜੀ, ਗੁਰੂ ਸਾਹਿਬ ਲਿਖਦੇ ਵੀ ਹੈ ਨਾ ਕਿ ਜੋ ਕੋਈ ਜਾਤ ਪੁੱਛੇ ਤੇ ਹੈ ਨਾ ਏਦਾਂ, ਉਹ ਪਰ ਉਹਨੂੰ ਫਿਰ ਅਪਲਾਈ ਕਿੰਨਾ ਕੀਤਾ ਗਿਆ। ਅਸੀਂ ਦੇਖਦੇ ਹਾਂ ਕਿ ਮਤਲਬ ਸੋ ਕਾਲਡ ਇੱਕ ਲੇਡੀ ਵੱਲੋਂ ਮਤਲਬ ਜੋ ਸੁਣਿਆ ਗਿਆ ਕਿ ਮਤਲਬ ਇੱਕ ਛੋਟੀ ਜਾਤੀ ਕਰਕੇ ਨਾਲ ਵਿੱਚ ਵਿਆਹ ਕਰਾਉਣ ਕਰਕੇ ਕੁੜੀ ਨੂੰ ਮਾਰ ਦਿੱਤਾ ਗਿਆ। ਮਤਲਬ ਥੋੜੀ ਪਹਿਲਾਂ ਤੱਕ ਅਸੀਂ ਇਹ ਵੀ ਦੇਖਦੇ ਰਹੇ ਹਾਂ ਕਿ ਗੁਰਦੁਆਰੇ ਵੀ ਵੱਖ-ਵੱਖ ਰਹੇ, ਸ਼ਮਸ਼ਾਨ ਘਾਟਾਂ ਵੀ ਵੱਖ-ਵੱਖ ਰਹੀਆਂ, ਤਾਂ ਉਹ ਅਪਲਾਈ ਨਹੀਂ ਕੀਤਾ। ਸਾਡੇ ਇਹੀ ਸਮੱਸਿਆ ਰਹੀ ਕਿ ਗੁਰੂ ਨੂੰ ਤਾਂ ਮੰਨਿਆ ਪਰ ਗੁਰੂ ਦੀ ਨਹੀਂ ਮੰਨੀ। ਇਸ ਕਰਕੇ ਇਹ ਕੰਮ ਹੋਇਆ ਕਿ ਨਹੀਂ ਤਾਂ ਹਜ਼ਾਰਾਂ ਫੋਲੋਅਰਸ ਸ਼ਾਇਦ ਇੱਧਰ ਹੀ ਆਉਂਦੇ। ਸੋ ਆਪਾਂ ਲਾਸਟ ਕਾਲ ਲੈਣੀ ਹੈ ਜੀ ਤੇ ਵਾਈਂਡ ਅਪ ਕਰ ਦਿੰਦੇ ਹਾਂ ਆਪਣੀ ਗੱਲ। ਬਲਰਾਜ ਜੀ ਨੇ ਸਾਡੇ ਅਗਲੇ ਕਾਲਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਸਰਦਾਰ ਜੀ ਨੇ ਬਹੁਤ ਸੋਹਣੀ ਡਿਟੇਲ ਚ ਇਹਨਾਂ ਦੀ ਜੀਵਨੀ ਤੇ ਇਹਨਾਂ ਦੀ ਐਜੂਕੇਸ਼ਨ ਬਾਰੇ ਦੱਸਿਆ। ਹਾਂਜੀ, ਪਰ ਇੱਕ ਗੱਲ ਇਹ ਹੈ ਜੀ, ਇਹਨਾਂ ਨੇ ਨਾ ਮਹਾਤਮਾ ਬੁੱਧ ਦਾ ਜਿਹੜਾ ਧਰਮ ਨੂੰ ਅਡਾਪਟ ਨਹੀਂ ਕੀਤਾ। ਹੈਲੋ ਜੀ। ਹਾਂਜੀ ਹਾਂਜੀ, ਸੁਣ ਰਿਹਾ ਜੀ। ਉਹਦਾ ਕਾਰਨ ਮਹਾਤਮਾ ਗਾਂਧੀ ਸੀ ਨਾ। ਮਹਾਤਮਾ ਗਾਂਧੀ ਨਾਲ ਇਹਦੀ ਮੁਲਾਕਾਤ ਜਦੋਂ ਹੁੰਦੀ ਆ, ਮਹਾਤਮਾ ਗਾਂਧੀ ਕਹਿੰਦਾ ਤੂੰ ਭਾਈ ਛੋਟੀਆਂ ਜਾਤਾਂ ਦਾ ਬਹੁਤ ਵੱਡਾ ਰੀਡਰ ਆ ਤੇ ਛੋਟੀਆਂ ਜਾਤਾਂ ਨੂੰ ਉੱਤਾ ਚੱਕੇਗਾ ਵੀ ਤੂੰ 50,000 ਬੰਦਾ 50,000 ਛੋਟੀਆਂ ਜਾਤਾਂ ਦੇ ਲੈ ਕੇ ਨਾ ਤੁਸੀਂ ਕਠਮੰਡੂ ਪਹੁੰਚੋ। ਉਧਰੋਂ ਮਹਾਤਮਾ ਗਾਂਧੀ ਕਹਿੰਦਾ ਸੀ ਅਸੀਂ ਜਿੰਨਾ ਵੀ ਬਾਹਮਣ ਜਾਤੀ ਦੇ ਛੋਟੇ ਮੋਟੇ ਬੰਦੇ ਨੂੰ ਅਸੀਂ ਲੈ ਕੇ 50,000 ਬੰਦਾ ਲੈ ਕੇ ਕਠਮੰਡੂ ਪਹੁੰਚ ਕੇ ਬੁੱਧ ਧਰਮ ਅਡਾਪਟ ਕਰਾਂਗੇ ਆਪਾਂ। ਇਹਨੇ ਸਲਾਹ ਦਿੱਤੀ ਸੀ, ਗਾਂਧੀ ਨੇ ਇਹਨਾਂ ਨੂੰ ਦਿੱਤੀ ਸਲਾਹ, ਪਰ ਇਹ ਮੰਨੇ ਨਹੀਂ ਸੀ। ਕਹਿੰਦੇ ਅਸੀਂ ਬੁੱਧ ਧਰਮ ਨਹੀਂ ਅਡਾਪਟ ਕਰਨਾ। ਤੇ ਉਸ ਤੋਂ ਬਾਅਦ ਇਹਨਾਂ ਨੇ ਸਭ ਤੋਂ ਖਾਲਸਾ ਕਾਲਜ ਜਿਹੜਾ ਸੀ ਬੰਬੇ, ਸਭ ਤੋਂ ਪਹਿਲਾਂ ਖਾਲਸਾ ਕਾਲਜ ਬੰਬੇ ਇਹਨਾਂ ਨੇ ਸਥਾਪਨਾ ਕੀਤਾ ਸੀਗਾ ਜੀ, ਡਾਕਟਰ ਜੀ ਨੇ। ਜੀ ਓਕੇ। ਤੇ ਦੂਜਾ ਕਾਲਜ ਜਿਹੜਾ ਕੀਤਾ ਸੀ ਅੰਮ੍ਰਿਤਸਰ ਕੀਤਾ ਸੀ ਇਹਨਾਂ ਨੇ ਜੀ, ਖਾਲਸਾ ਕਾਲਜ। ਅੰਮ੍ਰਿਤਸਰ ਕਾਲਜ ਦੇ ਵਿੱਚ ਤਾਂ ਭਤੀਜਾ ਵੀ ਪੜ੍ਹਿਆ ਜੀ ਉਸੇ ਕਾਲਜ ਵਿੱਚ। ਅੰਮ੍ਰਿਤਸਰ ਕਾਲਜ ਇਹਨਾਂ ਦਾ ਭਤੀਜਾ ਵੀ ਪੜ੍ਹਿਆ ਸੀਗਾ। ਤੇ ਮੈਂ ਹਿਸਟਰੀ ਪੜ੍ਹੀ ਆ, ਬਹੁਤ ਹਿਸਟਰੀ ਇਹਨੇ ਸੁਣਾਈ ਆ, ਬਹੁਤ ਵਧੀਆ। ਭਾਈ ਸਾਹਿਬ ਨੇ ਬੜੀ ਜੀਵਨੀ ਸੁਣਾਈ ਆ, ਔਰ ਮੈਂ ਵੀ ਇਹਨਾਂ ਦੇ ਬਾਰੇ ਕਿਤਾਬਾਂ ਕੁਛ ਪੜ੍ਹੀਆਂ ਕਰਕੇ ਮੈਂ ਇੰਨੀਆਂ ਕੁ ਗੱਲਾਂ ਤੁਹਾਨੂੰ ਦੱਸੀਆਂ। ਸੋ ਤੁਹਾਡੇ ਮੁਤਾਬਕ ਬੁੱਧ ਧਰਮ ਨੂੰ ਇਹਨਾਂ ਨੇ ਨਹੀਂ ਸੀ ਜੁਆਇਨ ਕੀਤਾ? ਗਾਂਧੀ ਨੇ ਜ਼ੋਰ ਲਾਇਆ ਸੀ, ਗਾਂਧੀ ਨੇ ਜ਼ੋਰ ਲਾਇਆ ਸੀ ਇਹਨੂੰ ਵੀ ਜਿੰਨੀਆਂ ਛੋਟੀਆਂ ਮੋਟੀਆਂ ਜਾਤਾਂ ਦੇ ਤੁਸੀਂ ਹੈਗੇ ਆ ਰੀਡਰ ਹੋ, ਤੁਸੀਂ ਇਹਨਾਂ ਨੂੰ ਉੱਚਾ ਚੱਕਣਾ ਵੀ ਤੂੰ ਮਹਾਤਮਾ ਤੋਂ ਕਹਿੰਦਾ ਵੀ ਆਪਾਂ ਬਹੁਤ ਮਹਾਤਮਾ ਬਹੁਤ ਧਰਮ ਅਡਾਪਟ ਕਰਵਾਵਾਂਗੇ ਇਹਨਾਂ ਨੂੰ। ਬਈ 50,000 ਮੈਂ ਬੰਦਾ ਲੈ ਕੇ ਜਾਊਂਗਾ ਹਿੰਦੂਆਂ ਤੋਂ ਰਲਾ ਕੇ ਆਪਾਂ ਕਠਮੰਡੂ ਚੱਲਾਂਗੇ ਬੁੱਧ ਧਰਮ ਦਾ। ਇਹ ਨਹੀਂ ਸੀ ਮੰਨਿਆ। ਆਪਾਂ ਗੁਰਪ੍ਰੀਤ ਤੁਹਾਡੇ ਕੋਲ ਇਹਦੇ ਤੇ ਕੋਈ ਹੈ ਕਮੈਂਟ? ਹਾਂਜੀ ਹੈਗਾ ਜੀ। ਅਸਲ ਦੇ ਵਿੱਚ ਉਹ ਜਿਹੜੀ ਗੱਲ ਕਹਿ ਰਹੇ ਨੇ ਭਾਈ ਸਾਹਿਬ, ਇਹ ਵੀ ਸਹੀ ਹੈ ਕਹਿ ਰਹੇ। ਉਹ ਸਭ ਪਹਿਲੀ ਗੱਲ ਕਹਿ ਰਹੇ ਆ, ਪਰ ਬਾਅਦ ਚ ਨਾ ਇਹਨਾਂ ਨੇ ਸ਼੍ਰੀਲੰਕਨ ਬੁੱਧਿਸਟ ਮੰਕ ਸੀਗੇ, ਉਹਨਾਂ ਨੂੰ ਮਿਲੇ ਸੀ। ਇਹ ਹਮਾਲਵਾ ਨਾਮ ਸੀ ਉਹਨਾਂ ਦਾ। ਉਹਨਾਂ ਨੂੰ ਮਿਲੇ ਤੇ ਉਹਨਾਂ ਨਾਲ ਇਹਨਾਂ ਦਾ ਫਾਈਨਲ ਹੋਇਆ ਮਤਲਬ ਬੁੱਧ ਧਰਮ ਚ ਵਿਲੈ ਕਰਨਾ। ਤੇ ਫਿਰ ਬਹੁਤ ਵੱਡਾ ਇੱਕ ਫੰਕਸ਼ਨ ਨਾਗਪੁਰ ਚ ਰੱਖਿਆ ਗਿਆ ਜੀ 14 ਅਕਤੂਬਰ 1956 ਨੂੰ। 14 ਅਕਤੂਬਰ 1956 ਨੂੰ। ਤੇ ਉਦੋਂ ਉੱਥੇ ਇਕੱਠੇ ਹੋਏ ਤੇ 50,000 ਨਹੀਂ, ਟੋਟਲ 5 ਲੱਖ ਦੇ ਕਰੀਬ ਸਪੋਰਟਰਸ ਇਕੱਠੇ ਹੋਏ ਸੀ ਉੱਥੇ। ਤੇ ਇਹਨਾਂ ਨੇ ਉੱਥੇ ਇਕੱਠੇ 22 ਜਿਹੜੀਆਂ ਕਸਮਾਂ ਹੁੰਦੀਆਂ ਬੁੱਧ ਧਰਮ ਦੀਆਂ ਉਹ ਚੱਕ ਕੇ ਸਟੇਜ ਦੇ ਉੱਤੇ ਤੇ ਬੁੱਧ ਧਰਮ ਅਪਣਾਇਆ ਸੀ। ਇਹਦੇ ਸਾਰੇ ਦੇ ਰਿਕਾਰਡ ਵੀ ਹੈਗੇ ਆ ਜੀ, ਪ੍ਰੈਸ ਰਿਕਾਰਡ ਵੀ ਹੈਗੇ ਆ ਤੇ ਫੋਟੋਗ੍ਰਾਫਿਕ ਰਿਕਾਰਡ ਵੀ। ਸੋ ਇਹਨਾਂ ਦੀ ਡੈਥ ਤੋਂ ਕੁਝ ਸਮਾਂ ਪਹਿਲਾਂ ਹੀ ਦਸੰਬਰ ਦੇ ਵਿੱਚ 1956 ਚ ਡੈਥ ਹੁੰਦੀ ਹੈ। ਹਾਂਜੀ ਬਿਲਕੁਲ ਕੁਝ ਸਮਾਂ ਪਹਿਲਾਂ, 2 ਮਹੀਨੇ ਪਹਿਲਾਂ ਹੀ, ਲਗਭਗ 2 ਮਹੀਨੇ ਪਹਿਲਾਂ ਹੀ। ਹਾਂਜੀ 2 ਮਹੀਨੇ ਪਹਿਲਾਂ ਇਹ ਬੁੱਧ ਧਰਮ ਅਪਣਾ ਲੈਂਦੇ ਆ ਤੇ ਉਸ ਤੋਂ ਬਾਅਦ ਇਹਨਾਂ ਦੀ ਡੈਥ ਹੁੰਦੀ ਹੈ। ਸ਼ਾਇਦ ਮੇਰੇ ਕੋਲ ਵੀ ਕੁਝ ਇਦਾਂ ਦੀ ਇਨਫੋਰਮੇਸ਼ਨ ਸੀਗੀ। ਪਰ ਹਾਂਜੀ ਬਲਰਾਜ ਜੀ, ਫਿਰ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ। ਡੈਫੀਨਿਟਲੀ ਜਿਹੜੀ ਇਨਫੋਰਮੇਸ਼ਨ ਹੈ, ਕਈ ਵਾਰੀ ਸੋਰਸਿਸ ਸਾਡੇ ਜਿਹੜੇ ਹੁੰਦੇ ਨੇ, ਹੋ ਸਕਦਾ ਜਿਹੜਾ ਨੈਕਸਟ ਸੋਰਸ ਦੀ ਗੱਲ ਕੀਤੀ ਗੁਰਪ੍ਰੀਤ ਹੋਰਾਂ ਨੇ,
ਉਹ ਇਹਨਾਂ ਦੀ ਡੈਥ ਤੋਂ 2 ਜਾਂ 3 ਮਹੀਨੇ ਪਹਿਲਾਂ ਦੀ ਗੱਲ ਸੀ ਜੀ। ਉਹ ਇਹਨਾਂ ਦੀ ਨੌਲੇਜ ਬਹੁਤ ਆ, ਮੈਂ ਇਹਨਾਂ ਦੀ ਤਾਰੀਫ ਸਰ ਮੈਂ ਇਸੇ ਕਰਕੇ ਤੇ ਇਹਨਾਂ ਨੂੰ ਲੈ ਕੇ ਆਇਆ ਜੀ। ਜਿਹੜੀ ਮੈਂ ਜਿਸ ਪਾਸ ਮੈਂ ਪੜ੍ਹਿਆ ਸੀ ਜੀ ਉਹਦੇ ਵਿੱਚ ਇਹੀ ਕਿਹਾ ਸੀ ਵੀ ਕੋਸ਼ਿਸ਼ ਕੀਤੀ ਸੀ ਗਾਂਧੀ ਨੇ, ਪਰ ਇਹਨੇ ਰਿਫਿਊਜ਼ ਕਰਤਾ ਸੀ, ਕਹਿੰਦਾ ਮੈਂ ਤਾਂ ਹਿੰਦੁਸਤਾਨ ਦੀਆਂ ਜਿਹੜੀਆਂ ਛੋਟੀਆਂ ਜਾਤਾਂ ਦਾ ਇਹਨਾਂ ਨੂੰ ਉੱਚਾ ਚੱਕਣਾ, ਮੈਂ ਬਹੁਤ ਧਰਮ ਅਡਾਪਟ ਇਹਨੇ ਮੈਂ ਚਲੋ ਕੋਈ ਗੱਲ ਨਹੀਂ। ਹਾਂਜੀ ਹਾਂਜੀ ਨਹੀਂ ਬਹੁਤ ਸ਼ੁਕਰੀਆ ਸਰ ਜੀ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ। ਹਾਂਜੀ ਹਾਂ ਬਹੁਤ ਥੈਂਕ ਯੂ ਵੈਰੀ ਮਚ ਮਾਈ ਡੀਅਰ ਜੀ, ਲੋਟ ਆਫ ਥੈਂਕ ਯੂ। ਸ਼ੁਕਰੀਆ ਸਰ ਜੀ, ਸ਼ੁਕਰੀਆ। ਸੋ ਦੋਸਤੋ ਕਾਫੀ ਲੰਬੀ ਗੱਲਬਾਤ ਸਾਡੀ ਚੱਲ ਗਈ ਤੇ ਮੁਆਫੀ ਚਾਹਾਂਗੇ, ਹੁਣ ਅਸੀਂ ਹੋਰ ਕਾਲਸ ਵੀ ਨਹੀਂ ਲਵਾਂਗੇ ਤੇ ਇਸ ਸਾਡੇ ਸੈਗਮੈਂਟ ਨੂੰ ਵੀ ਅਸੀਂ ਵਾਈਂਡ ਅਪ ਇੱਥੇ ਹੀ ਕਰ ਦਿੰਦੇ ਹਾਂ। ਗੁਰਪ੍ਰੀਤ ਵੀਰੇ ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ, ਧੰਨਵਾਦ। ਤੇ ਸਮਾਪਤੀ ਦੇ ਪੁਆਇੰਟ ਦੇ ਉੱਤੇ ਜੇ ਗੱਲ ਕਰਨੀ ਹੋਵੇ ਤਾਂ ਜਿੱਥੇ ਆਪਾਂ ਗੱਲ, ਜਿਵੇਂ ਮੈਂ ਕਹਿੰਦਾ ਸੀ ਵੀ ਜਿਸ ਨੋਟ ਤੋਂ ਸ਼ੁਰੂ ਕੀਤੀ ਸੀ ਕਿ ਅਸੀਂ ਡਾਕਟਰ ਭੀਮ ਰਾਓ ਅੰਬੇਦਕਰ ਹੋਰਾਂ ਨੂੰ, ਜਦੋਂ ਜਿਹੜਾ ਬੰਦਾ ਤਾਂ ਇਹ ਸੋਚਦਾ ਕਿ ਹਾਂਜੀ ਸਿਰਫ ਉਹ ਦਲਿਤਾਂ ਦਾ ਨੇਤਾ ਸੀ, ਦਲਿਤਾਂ ਦਾ ਲੀਡਰ ਸੀ, ਦਲਿਤਾਂ ਦਾ ਰਖਵਾਲਾ ਸੀ, ਜਾਂ ਜਿਹੜਾ ਬੰਦਾ ਸਿਰਫ ਇੱਕ ਦਾਇਰੇ 'ਚ ਬੰਨ੍ਹ ਕੇ ਉਹਨਾਂ ਦੀ ਸੋਚ ਨੂੰ, ਉਹਨਾਂ ਦੇ ਫਲਸਫੇ ਨੂੰ, ਉਹਨਾਂ ਦੀ ਵਿਚਾਰਧਾਰਾ ਨੂੰ ਰੱਖ ਕੇ ਲੈ ਕੇ ਬੈਠਾ, ਤਾਂ ਸ਼ਾਇਦ ਉਹ ਬਹੁਤ ਅਣਜਾਣ ਲੋਕ ਨੇ ਜਿਹੜੇ ਇਸ ਤਰ੍ਹਾਂ ਸੋਚਦੇ ਨੇ। ਤੇ ਮੈਨੂੰ ਅਕਸਰ ਇਹ ਗੱਲ ਕਹਿਣਾ ਹੁੰਦਾ ਜੀ ਕਿ ਜਿਹੜਾ ਜਿਵੇਂ ਸਾਡੇ ਇੱਥੇ ਵਿਮਨਸ ਡੇ ਜਦੋਂ ਸੈਲੀਬ੍ਰੇਟ ਕੀਤਾ ਜਾਂਦਾ, ਹਾਂਜੀ, ਤਾਂ ਉਹ ਇਹ ਦੇਖ ਰਹੀਆਂ ਹੁੰਦੀਆਂ ਲੇਡੀਜ਼ ਕਿ ਕਿਹਦੇ ਪਰਸ ਚੋਂ ਕਿਹੜੇ ਰੰਗ ਦੀ ਲਿਪਸਟਿਕ ਨਿਕਲੂਗੀ ਤੇ ਉਹਨੂੰ ਆਹ ਪ੍ਰਾਈਜ਼ ਦਿੰਦੇ ਆ। ਤੇ ਜਦ ਕਿ ਜਿਨ੍ਹਾਂ ਨੇ ਇਹ ਅਮਰੀਕਾ ਦੇ ਵਿੱਚ ਜਦੋਂ ਔਰਤਾਂ ਨੇ ਸਟਰਗਲ ਕੀਤੀ ਸੀ, ਸੜਕਾਂ ਤੇ ਆ ਕੇ ਗੋਲੀਆਂ ਖਾਧੀਆਂ ਸੀ, ਜਿਨ੍ਹਾਂ ਕਰਕੇ ਰਾਈਟਸ ਮਿਲੇ, ਤੇ ਉਹਨਾਂ ਔਰਤਾਂ ਕਰਕੇ ਵਿਮਨਸ ਡੇ ਮਨਾਇਆ ਜਾਂਦਾ ਤੇ ਉਹ ਰੈਫਰੈਂਸ ਨੂੰ ਯਾਦ ਰਹਿੰਦੀ ਸਾਡੇ। ਤੇ ਜਿਹੜੇ ਅਸੀਂ ਅਧਿਕਾਰਾਂ ਨੂੰ ਇੰਜੋਏ ਕਰ ਰਹੇ ਹੁੰਦੇ ਆ, ਉਹਨਾਂ ਔਰਤਾਂ ਜਾਂ ਲੇਬਰ ਕਲਾਸ ਜਾਂ ਸਾਰੇ ਲੋਕ ਅਸੀਂ ਬਰਾਬਰਤਾ ਦੇ ਹੱਕ ਇੰਜੋਏ ਕਰ ਰਹੇ ਹਾਂ ਇਸ ਮੁਲਕ 'ਚ, ਜਿੰਨੇ ਵੀ ਅਪਲਾਈ ਕਰਨੇ ਚਲੋ ਅਲੱਗ ਗੱਲ ਹੈ। ਤੇ ਸਾਨੂੰ ਧੰਨਵਾਦੀ ਹੋਣਾ ਚਾਹੀਦਾ ਬਹੁਤ ਵੱਡੇ ਲੈਵਲ ਤੇ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦਾ, ਤੇ ਖਾਸ ਤੌਰ ਤੇ ਅੱਜ ਦੇ ਦਿਨ ਇੱਕ ਮੈਂ ਬਸ ਛੋਟੇ ਜਿਹੇ ਕਹੂੰਗਾ ਕਿ ਇੱਕ ਮੂਵੀ ਹੈ ਬੜੀ ਸੋਹਣੀ, ਡਾਕਟਰ ਭੀਮ ਰਾਓ ਅੰਬੇਦਕਰ ਦੀ ਬਾਇਓਗ੍ਰਾਫੀ ਹੈ, ਬਾਇਓਗ੍ਰਾਫੀਕਲ ਮੂਵੀ ਹੈ, ਤੇ ਇੰਗਲਿਸ਼ 'ਚ ਵੀ ਹੈਗੀ ਉਹ ਅਵੇਲੇਬਲ ਤੇ ਹਿੰਦੀ 'ਚ ਵੀ ਹੈ, ਉਹ ਜ਼ਰੂਰ ਦੇਖੋ ਅੱਜ ਦੇ ਦਿਨ ਸਮਾਂ ਕੱਢ ਕੇ। ਨਾਮ ਕੀ ਹੈ ਉਹਨਾਂ ਦੇ ਕੀਤੇ ਸੰਘਰਸ਼? ਉਹਦਾ ਡਾਕਟਰ ਭੀਮ ਰਾਓ ਅੰਬੇਦਕਰ ਹੀ ਹੈ ਜੀ ਫਿਲਮ ਦਾ ਨਾਮ ਵੀ। ਠੀਕ ਹੈ, ਤੇ ਉਹ ਬਾਹਰਲੇ ਕਿਸੇ, ਤੁਸੀਂ ਜੇ ਮੌਕਾ ਮਿਲਿਆ ਮੈਨੂੰ ਲਿੰਕ ਸ਼ੇਅਰ ਕਰ ਦਿਓ ਤਾਂ ਆਪਾਂ ਉਹ ਆਪਣੇ ਪੇਜ ਤੇ ਸ਼ੇਅਰ ਕਰ ਦਿਆਂਗੇ ਤਾਂ ਕਿ ਸਾਡੇ ਸੁਣਨ ਵਾਲਿਆਂ ਲਈ ਸੌਖਾ ਹੋ ਜਾਊਗਾ ਹੋਰ। ਹਾਂਜੀ ਹਾਂਜੀ, ਉਹ ਮੈਂ ਤੁਹਾਨੂੰ ਹੁਣੇ ਬਸ ਜਦੋਂ ਕਾਲ ਆਫ ਹੁੰਦੀ ਮੈਂ ਤੁਹਾਨੂੰ ਉਹਦਾ ਲਿੰਕ ਹੀ YouTube ਤੇ ਫ੍ਰੀ ਪਈ ਆ। ਬਿਲਕੁਲ ਠੀਕ ਹੈ, ਉਹ ਭੇਜਦਾ। ਉਹ ਬਹੁਤ ਹੀ ਕਮਾਲ ਦੀ ਬਾਇਓਗ੍ਰਾਫੀਕਲ ਮੂਵੀ ਹੈ, ਬਹੁਤ ਹੀ ਰੀਅਲਿਸਟਿਕ ਹੈ, ਕੋਈ ਮਸਾਲਾ ਮੂਵੀ ਨਹੀਂ ਹੈਗੀ, ਤੇ ਸਾਨੂੰ ਦੇਖ ਕੇ ਸਹੀ ਇਤਿਹਾਸ ਦਾ ਪਤਾ ਲੱਗਦਾ ਬੜੀ ਸ਼ਾਰਟ 'ਚ। ਵੈਰੀ ਗੁੱਡ। ਤੇ ਆਪਾਂ ਇਹੋ ਜਿਹੀਆਂ ਹਸਤੀਆਂ ਨੂੰ ਯਾਦ ਕਰੀਏ, ਇਕੱਲਾ ਯਾਦ ਹੀ ਨਾ ਕਰੀਏ, ਅਸੀਂ ਅਪਲਾਈ ਕਰਨ ਦੀ ਕੋਸ਼ਿਸ਼ ਕਰੀਏ, ਆਪ ਅੰਬੇਦਕਰ ਬਣੀਏ, ਹਨਾ, ਆਪ ਕਬੀਰ ਬਣੀਏ। ਸ਼ੁਕਰੀਆ ਬਾਈ ਜੀ, ਬਹੁਤ ਮਿਹਰਬਾਨੀ ਵੀਰੇ, ਬਹੁਤ ਧੰਨਵਾਦ, ਥੈਂਕ ਯੂ ਸੋ ਮਚ। ਸੋ ਦੋਸਤੋ ਇਹ ਸਨ ਗੁਰਪ੍ਰੀਤ ਬਠਿੰਡੇ ਤੋਂ ਅੱਜ ਦੀ ਸਾਡੀ ਇਸ ਗੱਲਬਾਤ ਦੇ ਵਿੱਚ ਸਾਥ ਦੇਣ ਲਈ। इश्तिहार है तब व्यापार है। अपना बिजनेस प्रमोट करने लिए संपर्क करो 647 400 68 बार 647-400-6862 G Media Group। For all our latest updates, please subscribe G Media Group YouTube channel and press the bell icon.